ਸਤਿਕਾਰਯੋਗ ਦਰਸ਼ਕੋ, ਸਰੋਤਿਓ ਅਤੇ ਪਿਆਰੇ ਵਿਦਿਆਰਥੀਓ, ਸੁਰਜਨ ਜੀਰਵੀ ਦੀ ਪੁਸਤਕ ਇਹ ਹੈ ਬਾਰਵੀਂ ਸੰਸਾਰ ਦਾ ਤੀਸਰਾ ਨਿਬੰਧ ਲੈ ਕੇ ਅੱਜ ਹਾਜ਼ਰ ਹੋਇਆ ਹਾਂ। ਸਭ ਤੋਂ ਪਹਿਲਾਂ ਆਪਾਂ ਇਸ ਨਿਬੰਧ ਦੇ ਮੁੱਖ ਵਿਸ਼ਿਆਂ ਉੱਤੇ ਝਾਤ ਮਾਰਾਂਗੇ। ਬੁਨਿਆਦੀ ਰੂਪ ਵਿੱਚ ਇਹ ਨਿਬੰਧ ਭਾਰਤੀ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਸਮੱਸਿਆਵਾਂ ਕਹਿ ਲਵੋ ਜਾਂ ਸਥਿਤੀਆਂ ਕਹਿ ਲਵੋ ਨਾਲ ਸੰਬੰਧਿਤ ਹੈ। ਇਸ ਨਿਬੰਧ ਨੂੰ ਸੁਰਜਨ ਜੀਰਵੀ ਨੇ ਭਾਰਤ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਉਪਰੰਤ ਲਿਖਿਆ ਹੈ। ਮੂਲ ਰੂਪ ਵਿੱਚ ਜਿਹੜੇ ਵਿਸ਼ੇ ਇਸ ਨਿਬੰਧ ਰਾਹੀਂ ਸੁਰਜਨ ਜੀਰਵੀ ਨੇ ਛੋਹਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਆਪਾਂ ਇੱਥੇ ਵਿਚਾਰਾਂਗੇ। ਸਭ ਤੋਂ ਪਹਿਲਾ ਵਿਸ਼ਾ ਤਾਂ ਇਹੀ ਹੈ ਕਿਉਂਕਿ ਸੁਰਜਨ ਜੀਰਵੀ ਖੁਦ ਉਸ ਸਮੇਂ ਦੌਰਾਨ ਕੈਨੇਡਾ ਦੀ ਸਿਟੀਜ਼ਨਸ਼ਿਪ ਪ੍ਰਾਪਤ ਕਰ ਚੁੱਕਾ ਸੀਗਾ। ਇਸ ਕਰਕੇ ਉਹਨੂੰ ਆਪਣੇ ਭਾਰਤ ਜਾਂ ਆਪਣੀ ਜੰਮਣ ਭੂਮ ਪ੍ਰਤੀ ਹੇਰਵਾ ਮਹਿਸੂਸ ਹੋਇਆ ਉਹਨੂੰ। ਸੁਰਜਨ ਜੀਰਵੀ ਦੇ ਅਜਿਹੇ ਹੇਰਵੇ ਵਿੱਚੋਂ ਹੀ ਇਸ ਨਿਬੰਧ ਨੇ ਜਨਮ ਲਿਆ। ਸੋ ਆਓ ਆਪਾਂ ਇਸ ਨਿਬੰਧ ਦੇ ਮੁੱਖ ਵਿਸ਼ਿਆਂ ਉੱਤੇ ਝਾਤ ਮਾਰਦੇ ਹਾਂ। ਸਭ ਤੋਂ ਪਹਿਲਾ ਵਿਸ਼ਾ ਜੰਮਣ ਭੂਮੀ ਅਤੇ ਮਾਤ ਭਾਸ਼ਾ ਕਦੇ ਵੀ ਇਨਸਾਨ ਦਾ ਖਹਿੜਾ ਨਹੀਂ ਛੱਡਦੀ, ਭਾਵੇਂ ਇਨਸਾਨ ਇਹਨਾਂ ਤੋਂ ਮੁਨਕਰ ਹੋ ਜਾਵੇ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਖਾਸ ਕਰਕੇ ਪੰਜਾਬੀ ਬੰਦਿਆਂ ਵਾਸਤੇ ਇਹ ਗੱਲ ਹੈ ਕਿ ਪੰਜਾਬੀ ਜ਼ਿਆਦਾਤਰ ਹਿੰਦੀ ਦੇ ਜਾਂ ਅੰਗਰੇਜ਼ੀ ਦੇ ਪ੍ਰਭਾਵ ਹੇਠ ਪੰਜਾਬੀ ਨੂੰ ਭੁੱਲਦੇ ਵਿਸਰਦੇ ਜਾ ਰਹੇ ਨੇ। ਵੱਡੇ ਸ਼ਹਿਰਾਂ ਦੇ ਵਿੱਚ, ਜਿਹੜੇ ਪੰਜਾਬ ਦੇ ਵੱਡੇ ਸ਼ਹਿਰ ਨੇ, ਉਹਨਾਂ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਹਿੰਦੀ ਵਿੱਚ ਗੱਲਾਂ ਕਰਦੇ ਜਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਹਿੰਦੀ ਵਿੱਚ ਜਾਂ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ। ਅਤੇ ਇਸ ਪਿੱਛੇ ਉਹਨਾਂ ਦੀ ਸੋਚ ਵੀ ਇਹੀ ਹੈ ਕਿ ਜਿਹੜੀਆਂ ਭਾਸ਼ਾਵਾਂ ਅੰਤਰਰਾਸ਼ਟਰੀ ਪੱਧਰ 'ਤੇ ਮਨੁੱਖ ਨੂੰ ਚਾਹੀਦੀਆਂ ਨੇ ਉਹ ਭਾਸ਼ਾਵਾਂ ਹੀ ਸਿੱਖਣ ਦੀ ਲੋੜ ਹੈ। ਪੰਜਾਬੀ ਕਿਉਂਕਿ ਇੱਕ ਖੇਤਰੀ ਭਾਸ਼ਾ ਹੈ, ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਆਪਣੇ ਖੇਤਰ ਤੱਕ ਸੀਮਿਤ ਨਹੀਂ ਰੱਖਣਾ ਚਾਹੁੰਦੇ ਅਤੇ ਇਸੇ ਕਰਕੇ ਹੀ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਖੇਤਰ ਵਿੱਚ ਵੀ ਸੀਮਿਤ ਨਹੀਂ ਰੱਖਣਾ ਚਾਹੁੰਦੇ। ਪਰ ਸੁਰਜਨ ਜੀਰਵੀ ਜਦੋਂ ਉੱਥੇ ਸਿਟੀਜ਼ਨਸ਼ਿਪ ਪ੍ਰਾਪਤ ਕਰਦਾ ਹੈ ਤਾਂ ਉਸ ਤੋਂ ਬਾਅਦ ਉਹਨੂੰ ਆਪਣੇ ਦੇਸ਼ ਪ੍ਰਤੀ, ਆਪਣੀ ਭਾਸ਼ਾ ਪ੍ਰਤੀ, ਆਪਣੇ ਲੋਕਾਂ ਪ੍ਰਤੀ ਹੇਰਵਾ ਮਹਿਸੂਸ ਹੁੰਦਾ ਹੈ। ਇਸੇ ਹੇਰਵੇ ਦੇ ਵਿੱਚੋਂ ਇਸ ਨਿਬੰਧ ਨੇ ਜਨਮ ਲਿਆ ਹੈ। ਦੂਸਰਾ, ਇਸ ਲੇਖ ਦੇ ਸ਼ੁਰੂ ਵਿੱਚ ਹੀ ਜਿਹੜਾ ਵਿਸ਼ਾ ਪੇਸ਼ ਕੀਤਾ ਗਿਆ ਉਹ ਹੈਗਾ ਕਿ ਬੁਨਿਆਦੀ ਰੂਪ ਵਿੱਚ ਸਿਆਸੀ ਲੋਕ ਇੱਕ ਸਮਝ ਦੇ ਚੱਲਦੇ ਹੋਏ ਹੀ ਸਿਆਸਤ ਵਿੱਚ ਹੁੰਦੇ ਹਨ। ਉਹਨਾਂ ਨੇ ਰਾਜਨੀਤਿਕ ਗਤੀਵਿਧੀਆਂ ਨੂੰ ਸਾਕਾਰ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਸਿਆਸੀ ਸਮਝ ਹੋਣੀ ਚਾਹੀਦੀ ਹੈ। ਪਰ ਜਦੋਂ ਸਿਆਸਤਦਾਨਾਂ ਨੇ ਸਿਆਸੀ ਪਿੜਾਂ ਵਿੱਚ ਆਪਣਾ ਗਲਬਾ ਕਾਇਮ ਰੱਖਣ ਅਤੇ ਆਪਣੀਆਂ ਪਾਰਟੀਆਂ ਦੀਆਂ ਸਰਕਾਰਾਂ ਬਣਾਉਣ ਦੇ ਲਾਲਚ ਵਿੱਚੋਂ ਕਲਾਕਾਰਾਂ, ਗੈਂਗਸਟਰਾਂ, ਬਾਬਿਆਂ ਅਤੇ ਫੁਕਰੇ ਲੋਕਾਂ ਅਤੇ ਛੋਟੇ-ਮੋਟੇ ਚੌਧਰੀਆਂ ਨੂੰ ਸਿਆਸਤ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ ਤਾਂ ਉਹਦੇ ਨਾਲ ਰਿਆਇਆ ਦਾ ਕਿਸੇ ਤਰ੍ਹਾਂ ਦਾ ਫਾਇਦਾ ਹੋਣ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਇੱਥੋਂ ਹੀ ਸ਼ੁਰੂ ਹੁੰਦਾ ਹੈ ਭਾਰਤੀ ਰਾਜਨੀਤਿਕ ਖੇਤਰਾਂ ਵਿੱਚ ਭ੍ਰਿਸ਼ਟਾਚਾਰ। ਅਗਲਾ ਜਿਹੜਾ ਵਿਸ਼ਾ ਹੈਗਾ ਕਿ ਇਹਨਾਂ ਅਖੌਤੀ ਲੋਕਾਂ ਨੇ ਰੌਸ਼ਨ ਦਿਮਾਗਾਂ, ਮਿਹਨਤਕਸ਼ਾਂ ਅਤੇ ਸੰਘਰਸ਼ਾਂ ਦੇ ਆਗੂਆਂ ਨੂੰ ਹਾਸ਼ੀਆਗਤ ਕਰ ਦਿੱਤਾ। ਕਹਿਣ ਦਾ ਮਤਲਬ ਜਿਹੜੇ ਲੋਕ ਸਿਆਸੀ ਸਮਝ ਰੱਖਦੇ ਸਨ ਉਹਨਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰਤਾ ਅਤੇ ਸਿਰਫ ਵੋਟਾਂ ਪ੍ਰਾਪਤ ਕਰਨ ਹਿੱਤ ਜਾਂ ਆਪਣੀਆਂ ਸਰਕਾਰਾਂ ਬਣਾਉਣ ਹਿੱਤ ਉਪਰੋਕਤ ਲੋਕਾਂ ਨੂੰ ਅੱਗੇ ਲੈ ਕੇ ਆਉਂਦਾ। ਇਹਦੇ ਨਾਲ ਸਾਰਾ ਸਿਆਸੀ ਮਾਹੌਲ ਗੜਬੜਾ ਜਾਂਦਾ ਹੈ। ਅਗਲਾ ਵਿਸ਼ਾ ਹੈਗਾ ਕਿ ਆਮ ਬੰਦਾ ਸਮਾਜ ਦੇ ਚਿੱਤਰਪਟ ਤੋਂ ਗਾਇਬ ਹੋ ਗਿਆ। ਹੁਣ ਕਿਉਂਕਿ ਇਹਨਾਂ ਲੋਕਾਂ ਨੂੰ ਸਿਆਸਤ ਦੀ ਕੋਈ ਸਮਝ ਹੀ ਨਹੀਂ ਸੀ, ਲੋਕਾਂ ਦੇ ਫਾਇਦਿਆਂ ਦੀ, ਲੋਕਾਂ ਦੇ ਹਿੱਤਾਂ ਦੀ ਕੋਈ ਸਮਝ ਹੀ ਨਹੀਂ ਸੀ, ਤਾਂ ਫਿਰ ਜ਼ਾਹਿਰ ਹੈ ਇਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੀ ਵੀ ਸਮਝ ਨਹੀਂ ਸੀ ਅਤੇ ਇਸੇ ਕਰਕੇ ਉਹ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਕੋਈ ਉਚੇਚੇ ਕਦਮ ਨਹੀਂ ਉਠਾ ਸਕਦੇ ਸਨ। ਸੋ ਇਹ ਮੁੱਢ ਵੱਜਦਾ ਇਸ ਤਰੀਕੇ ਨਾਲ ਭਾਰਤ ਦੇ ਭ੍ਰਿਸ਼ਟ ਹੋਣ ਦਾ, ਭਾਰਤ ਦੇ ਗਿਰਾਵਟ ਵੱਲ ਜਾਣ ਦਾ। ਅਗਲਾ ਵਿਸ਼ਾ ਹੈ ਇਹ ਸਾਰੇ ਵਰਤਾਰੇ ਭਾਰਤ ਦੇ ਅਖੰਡਤਾ ਤੇ ਏਕਤਾ ਨੂੰ ਨਹੀਂ ਤੋੜ ਸਕੇ। ਦੇਖੋ, ਇੱਕ ਪਾਸੇ ਸਿਆਸਤ ਹੈ ਤੇ ਦੂਸਰੇ ਪਾਸੇ ਆਮ ਲੋਕ ਨੇ। ਹੁਣ ਭਾਵੇਂ ਸਿਆਸੀ ਲੋਕ ਹਰ ਤਰ੍ਹਾਂ ਦਾ ਢੰਗ ਤਰੀਕਾ ਬਣਾਉਂਦੇ ਹਨ ਲੋਕਾਂ ਉੱਪਰ ਆਪਣਾ ਗਲਬਾ ਸਥਾਪਿਤ ਕਰਨ ਲਈ, ਉਹਨਾਂ ਨੂੰ ਲੜਾਉਂਦੇ ਪੜ੍ਹਾਉਂਦੇ ਵੀ ਹਨ, ਪਰ ਇਹ ਸਾਰੇ ਕਾਸੇ ਦੇ ਬਾਵਜੂਦ ਵੀ ਭਾਰਤ ਦੀ ਜਿਹੜੀ ਅਖੰਡਤਾ ਹੈ ਜਾਂ ਏਕਤਾ ਹੈ ਇਹਨੂੰ ਕੋਈ ਤੋੜ ਨਹੀਂ ਸਕਿਆ। ਅਗਲਾ ਵਿਸ਼ਾ ਹੈ ਸਿਆਸੀ ਲੋਕ ਪਾੜੋ ਤੇ ਰਾਜ ਕਰੋ ਦੀ ਨੀਤੀ ਕਰ ਰਹੇ ਹਨ। ਆਪਾਂ ਪਹਿਲਾਂ ਵੀ ਇਹਦੇ ਬਾਰੇ ਚਰਚਾ ਕਰ ਚੁੱਕੇ ਹਾਂ ਕਿ
ਸਿਆਸੀ ਲੋਕਾਂ ਦਾ ਕੰਮ ਸਿਰਫ ਤੇ ਸਿਰਫ ਰਾਜ ਸਥਾਪਿਤ ਕਰਨਾ ਹੈ। ਇਸ ਤੋਂ ਅਗਲਾ ਵਿਸ਼ਾ ਹੈ ਉੱਤਰ ਬਸਤੀਵਾਦ ਦੇ ਰੂਪ ਵਿੱਚ ਨਵਾਂ ਮੰਡੀ ਕਲਚਰ। ਕਹਿਣ ਦਾ ਮਤਲਬ ਹੈਗਾ ਕਿ ਭਾਵੇਂ ਬਸਤੀਵਾਦੀ ਦੌਰ ਵਿੱਚ ਜਿਵੇਂ ਅੰਗਰੇਜ਼ਾਂ ਨੇ ਸਾਡੇ ਤੇ ਕਿੰਨਾ ਚਿਰ ਰਾਜ ਕੀਤਾ ਔਰ ਉਹਨਾਂ ਦਾ ਰਾਜ ਕਰਨ ਦਾ ਮੁੱਖ ਮਸਲਾ ਜਿਹੜਾ ਸੀ ਉਹ ਆਰਥਿਕਤਾ ਹੀ ਸੀ। ਉਹਨਾਂ ਨੇ ਇੱਥੋਂ ਮੁਨਾਫੇ ਕਮਾਏ, ਪੈਸਾ ਇਕੱਠਾ ਕੀਤਾ, ਧਨ ਇਕੱਠਾ ਕੀਤਾ ਤੇ ਆਪਣੇ ਦੇਸ਼ਾਂ ਨੂੰ ਲੈ ਗਏ। ਪਰ ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਉਹਨਾਂ ਦਾ ਸਾਰਾ ਉਹ ਆਰਥਿਕ ਦਾਰੋਮਦਾਰ ਠੱਪ ਹੋ ਗਿਆ। ਪਰ ਇਸ ਉਪਰੰਤ ਪੱਛਮੀ ਦੇਸ਼ਾਂ ਨੇ ਆਪਣੀ ਆਰਥਿਕਤਾ ਨੂੰ ਫੈਲਾਉਣ ਲਈ ਅਤੇ ਵੱਧ ਤੋਂ ਵੱਧ ਸਰਮਾਇਆ ਇਕੱਠਾ ਕਰਨ ਲਈ ਨਵੀਆਂ ਨੀਤੀਆਂ ਘੜੀਆਂ, ਜਿਨ੍ਹਾਂ ਨੀਤੀਆਂ ਦੇ ਤਹਿਤ ਉੱਤਰ ਬਸਤੀਵਾਦੀ ਸਥਿਤੀਆਂ ਪੈਦਾ ਕੀਤੀਆਂ ਗਈਆਂ। ਇਹਨਾਂ ਸਥਿਤੀਆਂ ਦੇ ਵਿੱਚ ਲੋਕਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਰਾਜਨੀਤਿਕ ਕਬਜ਼ਾ ਕਰਨ ਦੀ ਲੋੜ ਨਹੀਂ ਹੁੰਦੀ। ਬਸ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਨਾ ਹੁੰਦਾ ਹੈ ਤਾਂ ਕਿ ਉਹਨਾਂ ਦੇ ਪ੍ਰੋਡਕਟ ਜਿਹੜੇ ਹੈਗੇ ਆ, ਉਹਨਾਂ ਦੀਆਂ ਵਸਤਾਂ ਜਿਹੜੀਆਂ ਉਹ ਬਣਾਉਂਦੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਲੋਕਾਂ ਵਿੱਚ ਵੇਚਿਆ ਜਾ ਸਕੇ ਤੇ ਮੁਨਾਫੇ ਕਮਾਏ ਜਾ ਸਕਣ। ਅਗਲਾ ਵਿਸ਼ਾ ਹੈਗਾ ਪ੍ਰਵਾਸੀ ਵਿਦੇਸ਼ਾਂ ਵਿੱਚ ਜਾ ਕੇ ਹੀ ਦੇਸ਼ ਪ੍ਰੇਮ ਵਿੱਚ ਪੈਂਦੇ ਹਨ। ਜਦੋਂ ਉਹ ਇੱਥੇ ਹੁੰਦੇ ਹਨ ਤਾਂ ਸਿਸਟਮ ਨੂੰ ਦੁਰਕਾਰ ਕੇ ਵਿਦੇਸ਼ਾਂ ਵੱਲ ਜਾਂਦੇ ਹਨ। ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੇ ਭਾਰਤ ਦੇ ਲੋਕ ਨੇ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਨੇ ਤਾਂ ਉਹ ਇਹੀ ਕਹਿ ਕੇ ਜਾਂਦੇ ਨੇ ਕਿ ਸਾਨੂੰ ਭਾਰਤ ਦਾ ਸਿਸਟਮ ਠੀਕ ਨਹੀਂ ਲੱਗਦਾ। ਇਸ ਕਰਕੇ ਉਹ ਵਿਦੇਸ਼ਾਂ ਵਿੱਚ ਚਲੇ ਜਾਂਦੇ ਨੇ। ਉਹਨਾਂ ਵਿੱਚ ਆਪਣੇ ਦੇਸ਼ ਪ੍ਰਤੀ, ਆਪਣੇ ਰਾਜ ਪ੍ਰਤੀ ਪਿਆਰ ਦੀ ਭਾਵਨਾ ਉੱਭਰਦੀ ਹੈ ਤਾਂ ਫਿਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ ਸਾਡੇ ਦੇਸ਼ ਦਾ ਕੀ ਬਣੇਗਾ। ਅਗਲਾ ਵਿਸ਼ਾ ਹੈਗਾ ਭਾਰਤੀਆਂ ਨੇ ਇਤਿਹਾਸ ਤੋਂ ਕੁਝ ਵੀ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਵੈਸੇ ਤਾਂ ਬੱਚਿਓ, ਮੈਂ ਆਮ ਤੌਰ 'ਤੇ ਆਪਣੀਆਂ ਕਲਾਸਾਂ ਵਿੱਚ ਵੀ ਇਹ ਗੱਲ ਕਰਦਾ ਹੁੰਦਾ ਕਿ ਆਪਣੇ ਇਤਿਹਾਸ, ਆਪਣੀ ਪਰੰਪਰਾ, ਆਪਣੇ ਸੱਭਿਆਚਾਰ, ਆਪਣੇ ਅਤੀਤ ਤੋਂ ਸਿੱਖਣ ਦੀ ਲੋੜ ਹੁੰਦੀ ਹੈ। ਸਾਡੇ ਅਤੀਤ ਵਿੱਚ, ਸਾਡੇ ਇਤਿਹਾਸ ਵਿੱਚ, ਸਾਡੀਆਂ ਪਰੰਪਰਾਵਾਂ ਵਿੱਚ ਸਾਡੇ ਅੱਜ ਦੇ ਕਾਰ ਵਿਹਾਰ ਛੁਪੇ ਹੁੰਦੇ ਹਨ। ਸਾਡੀਆਂ ਅੱਜ ਦੀਆਂ ਜਿੱਤਾਂ, ਖੁਸ਼ੀਆਂ ਤੇ ਸਾਡੀਆਂ ਸਫਲਤਾਵਾਂ ਛੁਪੀਆਂ ਹੁੰਦੀਆਂ ਹਨ। ਇਸ ਕਰਕੇ ਸਾਨੂੰ ਅਤੀਤ ਦੀ ਰੋਸ਼ਨੀ ਵਿੱਚ ਅੱਜ ਨੂੰ ਜਿਉਣਾ ਚਾਹੀਦਾ ਹੈ। ਪਰ ਸਾਡੇ ਭਾਰਤੀਆਂ ਨੇ ਕਦੇ ਵੀ ਸਾਡੇ ਇਤਿਹਾਸ ਵਿੱਚੋਂ ਕੁਝ ਵੀ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਤਾਂ ਸਿਰਫ ਸੈਲਫਿਸ਼ ਹੋ ਗਏ ਤੇ ਉਹਨਾਂ ਦੇ ਸੈਲਫਿਸ਼ ਹੋਣ ਪਿੱਛੇ ਕੋਈ ਅਜਿਹਾ ਕਾਰਨ ਨਹੀਂ ਹੈ ਕਿ ਉਹ ਆਪਣੇ ਇਤਿਹਾਸਕ ਵੇਗ ਵਿੱਚ ਹੀ ਸੈਲਫਿਸ਼ ਹੋਏ ਹਨ। ਉਹਨਾਂ ਦੇ ਸਵੈ ਪੱਖੀ ਜਾਂ ਸਵੈ ਕੇਂਦਰਿਤ ਹੋਣ ਪਿੱਛੇ, ਸੈਲਫਿਸ਼ ਹੋਣ ਪਿੱਛੇ ਮੁੱਖ ਕਾਰਨ ਵੀ ਇਹੀ ਹੈ ਕਿ ਜਾਂ ਪੱਛਮੀ ਰਾਜਾਂ ਨੇ ਜਾਂ ਪੱਛਮੀ ਮੁਲਕਾਂ ਨੇ ਜਾਂ ਬਹੁ ਰਾਸ਼ਟਰੀ ਕੰਪਨੀਆਂ ਨੇ, ਮਲਟੀਨੇਸ਼ਨ ਕੰਪਨੀਆਂ ਨੇ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਲਈ ਬਹੁਤ ਵੱਡੇ ਵੱਡੇ ਪ੍ਰਪੰਚ ਖੇਡੇ ਤੇ ਇਹਨਾਂ ਪ੍ਰਪੰਚਾਂ ਵਿੱਚ ਲੋਕ ਆ ਗਏ, ਉਹ ਸਫਲ ਹੋ ਗਏ। ਅਗਲਾ ਵਿਸ਼ਾ ਹੈਗਾ ਕਿ ਭਾਰਤੀ ਸਿਆਸਤਦਾਨਾਂ ਨੇ ਇਸ ਨੂੰ ਮਹਾਨ ਕੌਮ ਤੋਂ ਅਸਫਲ ਕੌਮ ਵਿੱਚ ਤਬਦੀਲ ਕਰ ਦਿੱਤਾ। ਜ਼ਾਹਰ ਰੂਪ ਦੇ ਵਿੱਚ ਭਾਰਤੀ ਸਿਆਸਤਦਾਨ ਬਹੁ ਮੰਤਵੀ ਕੰਪਨੀਆਂ ਜਾਂ ਬਹੁ ਰਾਸ਼ਟਰੀ ਕੰਪਨੀਆਂ ਦੇ ਨਾਲ ਇੱਕਮਿਕ ਹਨ। ਵੱਡੇ ਵੱਡੇ ਧਨਾੜ ਜਿਹੜੇ ਕਿ ਬਿਜ਼ਨਸ ਕਰਦੇ ਨੇ, ਵਪਾਰੀ ਕੌਮ ਆ ਜਿਹੜੀ, ਉਹਨਾਂ ਦੇ ਨਾਲ ਭਾਰਤੀ ਸਿਆਸਤਦਾਨ ਇੱਕਮਿਕ ਹਨ। ਉਹਨਾਂ ਦਾ ਉਹਨਾਂ ਨਾਲ ਗਠਬੰਧਨ ਹੈ, ਗੱਠਜੋੜ ਹੈ। ਆਪਾਂ ਪਿਛਲੇ ਲੇਖਾਂ 'ਚ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਅਜੋਕੇ ਦੌਰ ਵਿੱਚ ਸਿਆਸਤਦਾਨ ਰਾਜਾਂ ਨੂੰ ਨਹੀਂ ਚਲਾਉਂਦੇ, ਬਲਕਿ ਧਨਾੜ ਲੋਕ ਸਿਆਸਤਦਾਨਾਂ ਦੇ ਰਾਹੀਂ ਰਾਜਾਂ ਨੂੰ ਚਲਾਉਂਦੇ ਹਨ। ਅਗਲਾ ਵਿਸ਼ਾ ਹੈ ਕਿ ਪੱਛਮੀ ਮੀਡੀਆ ਦਾ ਕੱਚ ਸੱਚ। ਇਸ ਨਿਬੰਧ ਵਿੱਚ ਪੱਛਮੀ ਮੀਡੀਆ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ। ਮਦਰ ਟਰੇਸਾ ਭਾਰਤ ਦਾ ਇੱਕ ਚਮਕਦਾ ਅਧਿਆਇ ਹੈ, ਪਰ ਇਸ ਦੇ ਨਾਲ ਹੀ ਇਸ ਨਿਬੰਧ ਵਿੱਚ ਮਦਰ ਟਰੇਸਾ ਨਾਲ ਸੰਬੰਧਿਤ ਦੂਜੇ ਪੱਖ ਵੀ ਪੇਸ਼ ਹੋਏ ਹਨ, ਉਹਨਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ। ਤੇ ਆਖਰੀ ਵਿਸ਼ਾ ਹੈਗਾ ਭਾਰਤ ਦੀ ਕੰਗਾਲੀ ਨੂੰ ਕੋਈ ਸੰਜੀਦਗੀ ਨਾਲ ਨਹੀਂ ਵੇਖਦਾ ਪਰਖਦਾ। ਕਹਿਣ ਦਾ ਮਤਲਬ ਕਿ ਗਰੀਬਾਂ ਨੂੰ ਲੋਲੀਪੌਪ ਦੇ ਕੇ ਉਹਨਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ, ਉਹਨਾਂ ਤੋਂ ਵੋਟਾਂ ਲੈਣ ਜਾਂ ਉਹਨਾਂ 'ਤੇ ਆਪਣਾ ਗਲਬਾ ਸਥਾਪਿਤ ਕਰਨ ਵਾਲੇ ਲੋਕ ਇੱਥੇ ਬਹੁਤ ਨੇ, ਪਰ ਉਹਨਾਂ ਦੀ ਗਰੀਬੀ ਨੂੰ ਦੂਰ ਕਰਨ, ਉਹਨਾਂ ਦੀ ਖੁਸ਼ਹਾਲੀ ਵੱਲ ਧਿਆਨ ਦੇਣ ਜਾਂ ਉਹਨਾਂ ਦਾ ਚੰਗਾ ਸੋਚਣ ਵਾਲੇ ਲੋਕ ਇੱਥੇ ਬਹੁਤ ਘੱਟ ਨੇ। ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਇਸ ਨਿਬੰਧ ਦੇ ਸਿਰਲੇਖ ਉੱਤੇ ਨਿਗਾਹ ਮਾਰਾਂਗੇ। ਐ ਵਤਨ ਕਾਸ਼ ਤੁਝੇ ਅਬ ਕੇ ਸਲਾਮਤ ਦੇਖੂੰ। ਇਸ ਨਿਬੰਧ ਦੇ ਵਿਸ਼ਿਆਂ ਬਾਰੇ ਚਰਚਾ ਕਰਦੇ ਹੋਏ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਵਿਦੇਸ਼ਾਂ ਵਿੱਚ ਜਾ ਕੇ ਹੀ ਲੋਕਾਂ ਨੂੰ ਆਪਣੀ ਜੰਮਣ ਭੂਮੀ ਪ੍ਰਤੀ ਪਿਆਰ ਉਮਲਦਾ ਹੈ। ਉਹਨੇ ਹਾਲਾਤ ਕਿਹੋ ਜਿਹੇ ਹਨ, ਇਸ ਬਾਰੇ ਅਗਲੇ ਪੈਰੇ ਦੇ ਵਿੱਚ ਐਕਸਪਲੇਨ ਕੀਤਾ। ਮੈਂ ਇਹਨੂੰ ਪੜ੍ਹਾਂਗਾ। ਸਾਡੇ ਦੇਖਦਿਆਂ ਵਿਚਕਾਰਲੇ ਮੇਲ ਦੀਆਂ ਫਿਲਮਾਂ ਦੇ ਵਿਚਕਾਰਲੇ ਮੇਲ ਦੇ ਐਕਟਰ, ਅਨਪੜ੍ਹ ਸਾਧ, ਪਿੰਡਾਂ ਦੀ ਪੱਧਰ ਦੇ ਚੌਧਰੀ, ਮਵਾਲੀ ਟੋਲਿਆਂ ਦੇ ਸਰਗਣੇ,
ਜਾਤਾਂ ਫਿਰਕਿਆਂ ਦੇ ਖੂਨੀ ਵਾਵਰੋਲਿਆਂ ਵਿੱਚ ਉੱਡ ਕੇ ਅੱਗੇ ਆਏ ਸ਼ੋਧੇ ਕਿਸਮ ਦੇ ਨੇਤਾ ਅਤੇ ਇਸ ਰਵੇ ਦੇ ਹੋਰ ਲੋਕ ਦੇਸ਼ ਦੀ ਸਿਆਸਤ ਤੇ ਇਕਤਦਾਰ ਉੱਤੇ ਹਾਵੀ ਹੋਣ ਲੱਗੇ। ਜਿਨ੍ਹਾਂ ਲੋਕਾਂ ਦਾ ਸਿਆਸਤ ਨਾਲ ਕੋਈ ਸੰਬੰਧ ਹੀ ਨਹੀਂ ਸੀ, ਉਹ ਲੋਕ ਜਦੋਂ ਸਿਆਸਤ ਵਿੱਚ ਆ ਗਏ ਤਾਂ ਫਿਰ ਸਿਆਸੀ ਪਿੜਾਂ ਦਾ ਭ੍ਰਿਸ਼ਟ ਹੋ ਜਾਣਾ ਸੁਭਾਵਕ ਸੀ। ਰੌਸ਼ਨ ਖਿਆਲ ਤਾਕਤਾਂ ਦੇ ਟਾਕਰੇ, ਹਰ ਤਰ੍ਹਾਂ ਦੀ ਫਿਰਕੂ ਤੇ ਸੌੜੀ ਸਿਆਸਤ ਜ਼ੋਰ ਫੜਨ ਲੱਗੀ। ਮਿਹਨਤਕਸ਼ ਤਬਕੇ ਆਪਣੀਆਂ ਪਰਖੀਆਂ ਹੋਈਆਂ ਜਥੇਬੰਦੀਆਂ ਨੂੰ ਵਿਦਾਵਾ ਦੇ ਕੇ ਰਾਤੋਂ ਰਾਤ ਨਮੂਦਾਰ ਹੋਣ ਵਾਲੇ ਨਾਅਰੇਬਾਜ਼ਾਂ ਤੇ ਮਜਮੇਬਾਜ਼ਾਂ ਅਤੇ ਛੂ ਮੰਤਰ ਦਾ ਸ਼ਿਕਾਰ ਹੋਣ ਲੱਗੇ। ਬੇਲੌਸ ਕੁਰਬਾਨੀਆਂ ਤੇ ਸਿਰੜੀ ਸੰਘਰਸ਼ਾਂ ਦੇ ਵਾਰਸ ਆਗੂ ਅਤੇ ਕਾਰਕੁਨ ਲੋਕਾਂ ਦੇ ਚੇਤੇ ਤੇ ਆਦਰ ਵਿੱਚੋਂ ਬੇਦਖਲ ਹੋਣ ਲੱਗੇ। ਜਦੋਂ ਇਸ ਤਰੀਕੇ ਨਾਲ ਭ੍ਰਿਸ਼ਟ ਸਿਆਸੀ ਪਿੜਾਂ ਦੇ ਵਿੱਚ ਗੈਰ ਸਿਆਸੀ ਲੋਕ ਆਉਣ ਲੱਗੇ ਤਾਂ ਉਹਨਾਂ ਨਾਲ ਸਾਰਾ ਮਾਹੌਲ ਹੀ ਗੜਬੜਾ ਗਿਆ ਅਤੇ ਅਜਿਹੇ ਵਿੱਚ ਆਮ ਲੋਕ ਅਤੇ ਉਹ ਸੰਘਰਸ਼ੀ ਲੋਕ ਜਿਨ੍ਹਾਂ ਨੂੰ ਸਿਆਸੀ ਸਮਝ ਸੀਗੀ, ਉਹ ਸਾਰੇ ਹਾਸ਼ੀਆਗਤ ਹੋ ਗਏ। ਜਿੱਥੇ ਜਵਾਨ ਪੀੜ੍ਹੀ, ਨੌਜਵਾਨ ਪੀੜ੍ਹੀ ਕਿਸੇ ਦੇਸ਼ ਦਾ ਭਵਿੱਖ ਹੁੰਦਾ ਹੈ ਅਤੇ ਉਹਨਾਂ ਨੇ ਸਿਆਸੀ ਸਮਝ ਪ੍ਰਾਪਤ ਕਰਨੀ ਹੁੰਦੀ ਹੈ, ਉੱਥੇ ਇਹਨਾਂ ਲੋਕਾਂ ਨੂੰ ਬਹੁ-ਮੰਤਵੀ ਕੰਪਨੀਆਂ ਨੇ ਡਿਜੀਟਲ ਸਕਰੀਨਾਂ, ਟੀਵੀ, ਸੋਸ਼ਲ ਮੀਡੀਆ ਰਾਹੀਂ ਹੋਰ ਪਾਸੇ ਲਾ ਦਿੱਤਾ ਅਤੇ ਉਹਨਾਂ ਦੀ ਸਮਝ ਨੂੰ ਬਿਲਕੁਲ ਨਕਾਰਾ ਕਰ ਦਿੱਤਾ। ਸਿਆਸਤ ਦੇਸ਼ ਦੀ ਪ੍ਰਾਪਤੀ ਦੇ ਸਾਧਨ ਦੀ ਥਾਂ ਧੰਦਾ ਬਣਨ ਲੱਗੀ। ਅੱਗੇ ਇਸ ਲੇਖ ਵਿੱਚ ਆਪਾਂ ਅਗਲਾ ਪੈਰਾ ਵੀ ਪੜ੍ਹਾਂਗੇ। ਨਿਰਾਸ਼ਾਜਨਕ ਗੱਲ ਇਹ ਹੈ ਕਿ ਇਸ ਸਾਰੇ ਬੇਸਿਰ ਪੈਰ ਵਰਤਾਰੇ ਦਾ ਕੋਈ ਅਰਥ ਭਰਪੂਰ ਵਿਸ਼ਲੇਸ਼ਣ ਸਾਹਮਣੇ ਨਹੀਂ ਆ ਰਿਹਾ। ਮਤਲਬ ਕਿਸੇ ਨੇ ਇਹ ਸਾਰੇ ਵਰਤਾਰੇ ਨੂੰ ਐਨਾਲਾਈਜ਼ ਹੀ ਨਹੀਂ ਕੀਤਾ, ਇਸ ਵਰਤਾਰੇ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਜੇ ਕੋਈ ਇਸ ਵਰਤਾਰੇ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰਦਾ ਤਾਂ ਹੱਲ ਵੀ ਨਿਕਲੇ ਆਉਣੇ ਸਨ। ਪਰ ਇਸ ਜ਼ਾਹਰਾ ਅੰਧਕਾਰ ਦੇ ਬਾਵਜੂਦ ਇਹ ਵੀ ਇੱਕ ਹਕੀਕਤ ਹੈ ਕਿ ਆਪਣੀ ਅਖੰਡਤਾ ਅਤੇ ਕਈ ਵਾਰ ਸਮੁੱਚੀ ਹੋਂਦ ਲਈ ਪੈਦਾ ਹੋਈਆਂ ਸਾਰੀਆਂ ਵੰਗਾਰਾਂ ਦਾ ਟਾਕਰਾ ਕਰਦਾ ਹੋਇਆ ਇਹ ਦੇਸ਼ ਆਪਣੀ ਆਜ਼ਾਦੀ ਦੇ 50ਵੀਂ ਵਰ੍ਹੇਗੰਢ ਪੂਰੇ ਕਰ ਸਕਿਆ ਹੈ। ਸੋ ਭਾਰਤ ਦੀ ਏਕਤਾ ਅਤੇ ਭਾਰਤ ਦੀ ਅਖੰਡਤਾ ਨੂੰ ਇਹ ਸਾਰੀਆਂ ਰਾਜਨੀਤਿਕ ਚਾਲਾਂ ਜਾਂ ਆਰਥਿਕ ਪ੍ਰਪੰਚ, ਸਮਾਜ ਸੱਭਿਆਚਾਰਕ ਊਣਤਾਈਆਂ ਵੀ ਨਹੀਂ ਤੋੜ ਸਕੀਆਂ। ਅੱਗੇ ਇਸ ਲੇਖ ਵਿੱਚ ਸੁਰਜਨਜੀਰਵੀ ਨੇ ਕਿਹਾ ਹੈ ਕਿ ਹਿੰਦੁਸਤਾਨ ਦੀ ਇਸ ਅਸਲੋਂ ਪੇਚੀਦਾ ਹਾਲਤ ਨੂੰ ਸਮਝਣ ਦੇ ਸੰਬੰਧ ਵਿੱਚ ਮੈਂ ਕਮਿਊਨਿਸਟ ਤਹਿਰੀਕ ਦਾ ਜ਼ਿਕਰ ਸਭ ਤੋਂ ਪਹਿਲਾਂ ਇਸ ਲਈ ਕੀਤਾ ਹੈ ਕਿ ਮੈਂ ਉਮਰ ਭਰ ਇਸ ਤਹਿਰੀਕ ਨਾਲ ਸੰਬੰਧਿਤ ਰਿਹਾ ਹਾਂ। ਇਸ ਲਈ ਸੁਭਾਵਿਕ ਤੌਰ 'ਤੇ ਸਭ ਤੋਂ ਪਹਿਲਾਂ ਇਸੇ ਤੋਂ ਕਿਸੇ ਚਾਨਣ ਦੀ ਆਸ ਰੱਖਦਾ ਹਾਂ ਅਤੇ ਅਜਿਹੀ ਝਾਕ ਨੂੰ ਇਹ ਜਾਣਦਿਆਂ ਹੋਇਆਂ ਵੀ ਕਿ ਕਮਿਊਨਿਸਟ ਤਹਿਰੀਕ ਹੁਣ ਗੁੰਦਵੀਂ ਸ਼ਕਤੀ ਨਹੀਂ ਰਹੀ ਅਤੇ ਨਾ ਹੀ ਇਸ ਨੂੰ ਸਮਾਜ ਦੀ ਸਭ ਤੋਂ ਵੱਧ ਬੇਦਾਰ ਸ਼ਕਤੀ ਹੋਣ ਦੇ ਆਪਣੇ ਦਾਅਵੇ ਵਿੱਚ ਪਹਿਲਾਂ ਵਾਲਾ ਭਰੋਸਾ ਹੀ ਰਿਹਾ ਹੈ। ਵਿਦਿਆਰਥੀਓ, ਇਸ ਵਿਸ਼ੇ ਨੂੰ ਮੈਂ ਆਪਣੇ ਵਿਸ਼ਿਆਂ ਦੀ ਸ਼੍ਰੇਣੀ ਦੇ ਵਿੱਚ ਲਿਖਣਾ ਭੁੱਲ ਗਿਆ ਸੀਗਾ, ਪਰ ਇਹ ਵੀ ਇੱਕ ਮਹੱਤਵਪੂਰਨ ਵਿਸ਼ਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਜਿਹੜਾ ਕਮਿਊਨਿਜ਼ਮ ਹੈ ਜਾਂ ਸਮਾਜਵਾਦ ਭਾਰਤੀ ਸਥਿਤੀਆਂ ਦੇ ਅਨੁਸਾਰ ਅਨੁਕੂਲ ਨਹੀਂ ਸੀ। ਇਸ ਕਰਕੇ ਇੱਥੇ ਇਸ ਤਰ੍ਹਾਂ ਦੀ ਕੋਈ ਸਥਿਤੀ ਪੈਦਾ ਨਹੀਂ ਹੋ ਸਕੀ। ਇਸੇ ਲੇਖ ਵਿੱਚ ਅੱਗੇ ਆਪਾਂ ਆਹ ਵਿਚਾਰ ਪੜ੍ਹਾਂਗੇ ਕਿ ਸੱਤਾ ਦੀ ਲੜਾਈ ਵਿੱਚ ਆਦਰਸ਼ਾਂ, ਉਦੇਸ਼ਾਂ, ਦੇਸ਼ ਦੀ ਉੱਚੇ ਹਿੱਤਾਂ ਦੀ, ਸਮਾਜੀ ਅਤੇ ਆਰਥਿਕ ਨਿਆਂ ਜਿਹੇ ਸੰਕਲਪਾਂ ਪ੍ਰਤੀ ਕੋਈ ਨਿਸ਼ਚਿਤ ਵਤੀਰਾ ਜਾਂ ਵਚਨ ਬਹੁਤੀਆਂ ਸਿਆਸੀ ਪਾਰਟੀਆਂ ਲਈ ਬੇਲੋੜੀ ਖੇਡ ਬਣ ਗਿਆ। ਸੋ ਜਦੋਂ ਕਮਿਊਨਿਸਟ ਪਾਰਟੀ ਹੈ, ਜਿਹੜੀ ਸਮਾਜਵਾਦੀ ਪਾਰਟੀ, ਜਦੋਂ ਇਹਨਾਂ ਤੋਂ ਹੀ ਕੁਛ ਨਹੀਂ ਸਰਿਆ ਅਤੇ ਫਿਰ ਬਾਕੀ ਪਾਰਟੀਆਂ ਦੇ ਤਾਂ ਏਜੰਡੇ 'ਤੇ ਹੀ ਇਹ ਗੱਲਾਂ ਨਹੀਂ ਹੁੰਦੀਆਂ। ਉਹਨਾਂ ਦਾ ਤਾਂ ਕੰਮ ਹੀ ਮਤਲਬ ਰਾਜ ਕਰਨਾ ਅਤੇ ਦੇਸ਼ ਨੂੰ ਲੁੱਟਣਾ ਹੁੰਦਾ ਹੈ, ਅਤੇ ਫਿਰ ਉਹਨਾਂ ਨੇ ਤਾਂ ਇਹ ਕਰਨਾ ਹੀ ਕਿਉਂ ਸੀ। ਇਸੇ ਕਰਕੇ ਉਹਨਾਂ ਲਈ ਇਹ ਸਾਰਾ ਕੁਝ ਬੇਲੋੜਾ ਬਣ ਗਿਆ। ਸ਼ਹਿਰੀ, ਪੇਂਡੂ, ਮੰਦਰ, ਮਸੀਤ, ਧਰਮ ਫਿਰਕੇ, ਜਾਤ ਗੋਤ, ਸਥਾਨ ਗੈਰ ਸਥਾਨ ਆਦਿ ਅਜਿਹੇ ਅਣਗਿਣਤ ਬਣੇ ਬਣਾਏ ਨੁਕਤੇ ਚੋਣ ਚੁਆਤੀਆਂ ਦਾ ਕੰਮ ਕਰਦੇ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਦੇ ਜਜ਼ਬੇ ਭੜਕਾਏ ਜਾ ਸਕਦੇ ਹਨ, ਡਰ ਤੇ ਸਹਿਮ ਜਗਾਏ ਜਾ ਸਕਦੇ ਹਨ ਅਤੇ ਤੁਅਸਬਾਂ ਤੇ ਨਫ਼ਰਤਾਂ ਦੀ ਚਾਬੀ ਲਾਈ ਜਾ ਸਕਦੀ ਹੈ। ਇਸ ਪਿੱਛੇ ਕਾਰਨ ਲੋਕਾਂ ਦੀ ਵੋਟ ਲੈਣਾ, ਸਿਆਸਤ ਦੇ ਉੱਤੇ ਕਾਬਜ਼ ਹੋਣਾ ਅਤੇ ਆਪਣੀਆਂ ਮਨ ਆਈਆਂ ਦੇਸ਼ ਦੇ ਵਿੱਚ ਚਲਾਉਣਾ ਹੁੰਦਾ ਹੈ। ਕੁਝ ਕੁ ਹੋਰ ਜਿਹੜੇ ਸਿਆਸਤਦਾਨਾਂ ਦੇ ਸ਼ੋਸ਼ੇ ਹੁੰਦੇ ਹਨ, ਜਿਵੇਂ ਕਿ ਸੁੰਦਰਤਾ ਮੁਕਾਬਲੇ, ਪਾਣੀ ਦੀ ਕਦੇ ਨਾ ਮੁੱਕਣ ਵਾਲੀ ਵੰਡ, ਹਰ ਰੁੱਤੇ ਤੇ ਹਰ ਘੜੀ ਭੜਕਣ ਲਈ ਤਿਆਰ ਧਾਰਮਿਕ ਜਜ਼ਬੇ, ਕਿਤਾਬਾਂ, ਫਿਲਮਾਂ, ਨਸ਼ਾਬੰਦੀ ਆਦਿ।
ਇਹ ਉਹ ਮਤਲਬ ਇਹਨਾਂ ਦੇ ਪ੍ਰਪੰਚ ਹੁੰਦੇ ਨੇ ਜਾਂ ਇਹਨਾਂ ਦੇ ਢਕੌਂਸਲੇਬਾਜ਼ੀ ਹੁੰਦੀ ਹੈ, ਜਿਨ੍ਹਾਂ ਦੇ ਆਧਾਰ 'ਤੇ ਲੋਕਾਂ ਨੂੰ ਇਹ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਅੱਗੇ ਆਜ਼ਾਦ ਮੰਡੀ ਦਾ ਫਲਸਫਾ ਉਹਨਾਂ ਸਿਆਸੀ ਪਾਰਟੀਆਂ ਨੂੰ ਵਧੇਰੇ ਹੀ ਰਾਸ ਆ ਰਿਹਾ ਜਾਪਦਾ ਰਿਹਾ ਹੈ, ਜਿਹੜੀਆਂ ਕਿਸੇ ਕਿਸਮ ਦੀ ਵਿਚਾਰਧਾਰਾ ਜਾਂ ਅਸੂਲ ਪ੍ਰਸਤੀ ਨਾਲ ਵੱਜਣਾ ਪਸੰਦ ਨਹੀਂ ਕਰਦੀਆਂ। ਸੋ ਜੇ ਆਰਥਿਕ ਪੱਖ ਦੀ ਗੱਲ ਕਰੀਏ, ਕਿਉਂਕਿ ਰਾਜਨੀਤਿਕ ਪਾਰਟੀਆਂ ਨੂੰ ਦੇਸ਼ ਦੀ ਆਰਥਿਕਤਾ ਵੱਲ ਵੀ ਧਿਆਨ ਦੇਣਾ ਪੈਂਦਾ ਹੈ, ਤਾਂ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਆਜ਼ਾਦ ਮੰਡੀ ਆ, ਆਜ਼ਾਦ ਮੰਡੀ ਦਾ ਮਤਲਬ ਹੈਗਾ ਕਿ ਕੋਈ ਵੀ ਦੇਸ਼ ਜਾਂ ਕੋਈ ਵੀ ਕੰਪਨੀ ਕਿਸੇ ਵੀ ਹੋਰ ਦੇਸ਼ ਜਾਂ ਕਿਸੇ ਵੀ ਹੋਰ ਸਥਾਨ 'ਤੇ ਆਪਣਾ ਵਪਾਰ ਕਰ ਸਕਦੀ ਹੈ। ਅਤੇ ਅਜਿਹੇ ਵਿੱਚ ਮਤਲਬ ਕਿਉਂਕਿ ਸਾਰਾ ਕੁਛ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ 'ਚ ਹੁੰਦਾ ਅਤੇ ਇਸ ਤਰ੍ਹਾਂ ਉਹ ਆਪਣਾ ਪੱਲਾ ਝਾੜ ਦਿੰਦੀਆਂ ਨੇ ਅਤੇ ਉਹ ਆਪਣੀਆਂ ਆਰਥਿਕ ਕਮਜ਼ੋਰੀਆਂ ਅਤੇ ਆਰਥਿਕ ਨਲਾਇਕੀਆਂ ਨੂੰ ਲੋਕਾਂ ਤੋਂ ਛੁਪਾ ਲੈਂਦੀਆਂ ਹਨ, ਉਹਨਾਂ ਦੇ ਉੱਤੇ ਪਰਦਾ ਪਾ ਲੈਂਦੀਆਂ ਹਨ। ਆਜ਼ਾਦ ਮੰਡੀ ਦੇ ਪ੍ਰਚਾਰਕਾਂ ਵੱਲੋਂ ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਜੇ ਖੁੱਲ੍ਹੇ ਸਰਮਾਏਦਾਰ ਨੀਤੀ ਦੱਖਣੀ ਕੋਰੀਆ, ਫਾਰਮੂਸਾ, ਸਿੰਗਾਪੁਰ, ਇੰਡੋਨੇਸ਼ੀਆ, ਥਾਈਲੈਂਡ ਜਿਹੇ ਪਛੜੇ ਦੇਸ਼ਾਂ ਦੇ ਪਿੰਜਰਾਂ ਉੱਤੇ ਮਾਸ ਲਿਆ ਸਕਦੀਆਂ ਹਨ, ਤਾਂ ਹਿੰਦੁਸਤਾਨ ਜਿਹੇ ਦੇਸ਼ ਨੂੰ ਕਿਉਂ ਵਰ ਨਹੀਂ ਆਉਣਗੀਆਂ, ਜਿਸ ਕੋਲ ਇੰਨਾ ਹੁਨਰ, ਇੰਨੀ ਕਲਾ, ਇੰਨਾ ਦਿਮਾਗ ਦਾ ਖਜ਼ਾਨਾ ਅਤੇ ਇੰਨਾ ਵੱਡਾ ਉਦਯੋਗਿਕ ਆਧਾਰ ਮੌਜੂਦ ਹੈ। ਸੋ ਇਸ ਤਰੀਕੇ ਨਾਲ ਇਹਨਾਂ ਦੇਸ਼ਾਂ ਦੇ ਨਾਲ ਇਹ ਲੋਕ, ਇਹ ਪ੍ਰਚਾਰਕ ਹੈ ਜਿਹੜੇ ਆਜ਼ਾਦ ਮੰਡੀਆਂ ਦੇ, ਉਹ ਚਾਹੁੰਦੇ ਨੇ ਕਿ ਭਾਰਤ ਉੱਪਰ ਵੀ ਇਹ ਸਾਰਾ ਕੁਝ ਅਪਲਾਈ ਹੋ ਸਕਦਾ ਹੈ। ਪਰ ਭਾਰਤ ਦੇ ਹਾਲਾਤ ਮੈਂ ਪਹਿਲਾਂ ਵੀ ਦੱਸ ਚੁੱਕਿਆ, ਸਾਰੇ ਵਿਸ਼ਵ ਦੇ ਹਾਲਾਤਾਂ ਨਾਲੋਂ ਬਿਲਕੁਲ ਵੱਖਰੇ ਹਾਲਾਤ ਨੇ। ਪਹਿਲੀ ਗੱਲ ਤਾਂ ਇੱਥੋਂ ਦੀ ਸਿਵਲਾਈਜੇਸ਼ਨ ਹੀ ਵੱਖਰੀ ਹੈ। ਦੂਸਰੇ ਨੰਬਰ 'ਤੇ ਇੱਥੇ ਬਹੁਤ ਜ਼ਿਆਦਾ ਧਰਮਾਂ ਦੇ ਲੋਕ ਰਹਿੰਦੇ ਨੇ ਅਤੇ ਜਿਹੜੇ ਏਕਤਾ ਦੇ ਨਾਲ ਰਹਿੰਦੇ ਆ। ਸੋ ਅਖੰਡਤਾ ਜਿਹੜੀ ਹੈਗੀ ਹੈ ਇਹਦਾ ਗੁਣ ਹੈ। ਅਤੇ ਇਸ ਤੋਂ ਇਲਾਵਾ ਇਤਿਹਾਸ ਬਹੁਤ ਵੱਡਾ ਹੈ, ਭੂਗੋਲਿਕ ਸਥਿਤੀਆਂ ਬਿਲਕੁਲ ਵੱਖਰੀਆਂ ਵੱਖਰੀਆਂ ਨੇ, ਵੱਖਰੀਆਂ ਵੱਖਰੀਆਂ ਜਾਤਾਂ, ਨਸਲਾਂ, ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ ਅਤੇ ਇਹਨਾਂ ਸਾਰੀਆਂ ਗੱਲਾਂ ਕਰਕੇ ਇੱਥੋਂ ਦੇ ਹਾਲਾਤ ਵੀ ਸਾਰੀ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਬਿਲਕੁਲ ਵੱਖਰੇ ਹੀ ਨੇ। ਸੋ ਆਹ ਜਿਹੜੀ ਖੁੱਲ੍ਹੀ ਮੰਡੀ ਦੇ ਪ੍ਰਚਾਰਕ ਜਿਹੜੇ ਚਾਹੁੰਦੇ ਸਨ ਕਿ ਭਾਰਤ ਦੇ ਉੱਤੇ ਵੀ ਇਹ ਸਾਰਾ ਕੁਝ ਅਪਲਾਈ ਕੀਤਾ ਜਾਵੇ, ਇਹ ਨਹੀਂ ਹੋ ਸਕਿਆ ਕਿਉਂਕਿ ਭਾਰਤ ਦੇ ਹਾਲਾਤ ਬਿਲਕੁਲ ਵੱਖਰੇ ਸਨ। ਉਲਟਾ ਇਹਨਾਂ ਚੀਜ਼ਾਂ ਦਾ, ਜਿਵੇਂ ਆਜ਼ਾਦ ਮੰਡੀ ਦਾ ਜਾਂ ਖੁੱਲ੍ਹੀ ਮੰਡੀ ਦਾ, ਭਾਰਤ ਉੱਤੇ ਉਲਟਾ ਅਸਰ ਪਿਆ। ਪਰ ਕਿਉਂਕਿ ਵਿਦੇਸ਼ੀ ਆਰਥਿਕ ਧਨਾਡਾਂ ਅਤੇ ਮਲਟੀਨੇਸ਼ਨਲ ਕੰਪਨੀਆਂ ਲਈ ਭਾਰਤ ਜਿੱਡੀ ਮੰਡੀ ਹੋਰ ਕੋਈ ਵੀ ਨਹੀਂ ਹੈ, ਇਸ ਕਰਕੇ ਇੱਥੋਂ ਸਭ ਤੋਂ ਜ਼ਿਆਦਾ ਮੁਨਾਫੇ ਕਮਾਏ ਜਾ ਸਕਦੇ ਨੇ ਅਤੇ ਇਹ ਮੰਡੀ ਹੀ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਲੈ ਕੇ ਆਉਂਦੀ ਹੈ। ਹਿੰਦੁਸਤਾਨ ਵਿੱਚ ਵੀ ਆਜ਼ਾਦ ਮੰਡੀ ਦਾ ਸ਼ਬਦ ਕੀਰਤਨ ਕਰਨ ਵਾਲਿਆਂ ਦੀ ਕਮੀ ਨਹੀਂ। ਇਹੀ ਕਾਰਨ ਹੈ ਉਹ ਇਸ ਗੱਲ ਵੱਲ ਧਿਆਨ ਦਿਵਾਉਂਦੇ ਹਨ ਕਿ ਮਨਮੋਹਨ ਸਿੰਘ ਦੀ ਉਦਾਰ ਆਰਥਿਕ ਨੀਤੀ ਸਦਕਾ ਹਿੰਦੁਸਤਾਨ ਦਾ ਦਰਮਿਆਨਾ ਤਬਕਾ ਪਹਿਲਾਂ ਵਾਲਾ ਦਰਮਿਆਨਾ ਤਬਕਾ ਹੀ ਨਹੀਂ ਰਿਹਾ ਜਿਹੜਾ ਕਿਰਸ ਤੋਂ ਕੰਮ ਲੈਂਦਾ ਸੀ। ਸੋ ਉਹਨਾਂ ਦੇ ਮੁਤਾਬਕ ਜਿਹੜੀ ਮਿਡਲ ਕਲਾਸ ਹੈ ਉਹ ਹੁਣ ਮਿਡਲ ਕਲਾਸ ਉਸ ਤਰੀਕੇ ਦੀ ਨਹੀਂ ਰਹੀ ਜਿਹੜਾ ਫੂਹੀ ਕਰਕੇ ਜੋੜਦਾ ਸੀ। ਉਹਨਾਂ ਦੇ ਮੁਤਾਬਕ ਇਹ ਹੁਣ ਉਹ ਕਲਾਸ ਹੈ ਜਿਹੜਾ ਐਂ ਸੋਚਦੀ ਹੈ ਕਿ ਬਹੁਤਾ ਕਮਾਓ, ਬਹੁਤਾ ਖਰਚੋ ਅਤੇ ਬਹੁਤੀਆਂ ਚੀਜ਼ਾਂ ਖਰੀਦੋ ਅਤੇ ਪਾਵੋ। ਅਸਲ ਵਿੱਚ ਇਹ ਇੱਕ ਆਰਥਿਕ ਰਾਜਨੀਤੀ ਹੈ। ਲੋਕਾਂ ਨੂੰ ਅਜਿਹੀਆਂ ਗੱਲਾਂ ਕਹਿ ਕੇ, ਲੋਕਾਂ ਦੀਆਂ ਅਜਿਹੀਆਂ ਗੱਲਾਂ ਨਾਲ ਭਾਵਨਾਵਾਂ ਭੜਕਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਪੈਸਾ ਕਮਾਉਣ ਅਤੇ ਵੱਧ ਤੋਂ ਵੱਧ ਚੀਜ਼ਾਂ ਦੇ ਉੱਤੇ ਪੈਸਾ ਖਰਚਣ ਲਈ ਉਕਸਾਇਆ ਜਾਂਦਾ। ਪਰ ਅਜਿਹੀ ਖੁੱਲ੍ਹੀ ਮੰਡੀ ਨਾਲ ਭਾਰਤ ਦਾ ਕੋਈ ਬਹੁਤਾ ਫਾਇਦਾ ਨਹੀਂ, ਉਲਟਾ ਨੁਕਸਾਨ ਹੀ ਹੋਇਆ ਹੈ। ਇੱਥੇ ਆਪਾਂ ਸੁਰਜਨਜੀਤ ਦੁਆਰਾ ਪੇਸ਼ ਇੱਕ ਵਿਸ਼ਾ ਪੜ੍ਹਾਂਗੇ। ਇੱਕ ਰਿਪੋਰਟ ਅਨੁਸਾਰ ਹਿੰਦੁਸਤਾਨ ਵਿੱਚ ਦਰਮਿਆਨੇ ਤਬਕੇ ਦੀ ਗਿਣਤੀ 30 ਕਰੋੜ ਤੱਕ ਪਹੁੰਚ ਗਈ ਹੈ। ਇੰਝ ਹੀ ਇੱਕ ਹੋਰ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਇਸ ਵਾਰੀ ਤਰੱਕੀ ਦੇ ਬਾਵਜੂਦ ਸ਼ਹਿਰਾਂ ਵਿੱਚ ਕੂੜੇ ਦੇ ਢੇਰਾਂ ਤੋਂ ਲੀਰਾਂ ਤੇ ਹੋਰ ਟੁੱਟੀਆਂ ਭੱਜੀਆਂ ਚੀਜ਼ਾਂ ਚੁਗਣ ਵਾਲਿਆਂ ਦੀ ਗਿਣਤੀ ਵੀ ਨਾਲੋਂ ਨਾਲ ਵੱਧ ਰਹੀ ਹੈ। ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਆ ਵੀ ਇਹ ਜਿਹੜੇ ਕੂੜਾ ਕਰਕਟ ਚੁੱਕਣ ਵਾਲੇ ਲੋਕ ਨੇ ਜਿਹੜੇ, ਇਹਨਾਂ ਨੂੰ ਵੀ ਜਿੱਥੇ 10 ਤੋਂ 12 ਘੰਟੇ ਪਹਿਲਾਂ ਕੰਮ ਕਰਨਾ ਪੈਂਦਾ ਸੀ, ਹੁਣ 7 ਤੋਂ 8 ਘੰਟੇ ਹੀ ਕਰਨਾ ਪੈਂਦਾ, ਕਿਉਂਕਿ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਉਹਨਾਂ ਨੂੰ ਚੰਗੀਆਂ ਚੀਜ਼ਾਂ ਮਿਲਦੀਆਂ ਅਤੇ 10-12 ਘੰਟੇ ਕਰਕੇ ਉਹ ਆਪਦੀ ਰੋਜੀ ਰੋਟੀ ਪਹਿਲਾਂ ਕਰਦੇ ਸਨ, ਹੁਣ 7-8 ਘੰਟਿਆਂ ਦੇ ਵਿੱਚ ਹੀ ਆਪਦੀ ਰੋਜੀ ਰੋਟੀ ਕਰ ਲੈਂਦੇ ਹਨ। ਅਤੇ ਵਿਅੰਗਾਤਮਕ ਤਰੀਕੇ ਨਾਲ ਇਹ ਗੱਲ ਪੇਸ਼ ਕੀਤੀ ਗਈ ਹੈ, ਜਿਹਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਥਾਂ 'ਤੇ ਇਹੋ ਜਿਹੇ ਬੇਢਵੇ ਅਤੇ ਵਾਹਿਯਾਤ ਵਿਚਾਰ ਦਿੱਤੇ ਜਾ ਰਹੇ ਹਨ ਆਪਣੀ ਗਰੀਬੀ ਬਾਰੇ। ਹੁਣ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਕਿ ਵਿਦੇਸ਼ਾਂ ਵਿੱਚ ਜਾ ਕੇ ਹੀ ਲੋਕ ਆਪਣੀ ਧਰਤੀ, ਆਪਣੀ ਜੰਮਣ ਭੂਮ ਨੂੰ ਯਾਦ ਕਰਦੇ ਨੇ ਅਤੇ ਉੱਥੋਂ ਦਾ ਚੰਗਾ ਸੋਚਦੇ ਨੇ। ਸੁਰਜਨਜੀਤ ਦਾ ਇਸ ਲੇਖ ਵਿੱਚ ਇਹ ਵਿਚਾਰ ਦੇਖੋ। ਪ੍ਰਵਾਸੀ ਹਿੰਦੁਸਤਾਨੀ
ਪਿਛਲਾ ਪੂਰਾ ਦਹਾਕਾ ਇਸ ਉਡੀਕ ਵਿੱਚ ਰਹੇ ਹਨ ਕਿ ਅਜਿਹੀ ਕੋਈ ਖਬਰ ਆਏ ਜਿਹੜੀ ਉਹਨਾਂ ਲਈ ਆਪਣੇ ਹਿੰਦੁਸਤਾਨੀ ਮੂਲ ਉੱਤੇ ਮਾਣ ਮਹਿਸੂਸ ਕਰਨ ਦਾ ਸਬੱਬ ਬਣੇ। ਸੋ ਇਹ ਰਾਜਨੀਤਿਕ ਲੋਕਾਂ ਦੀਆਂ ਜਿੰਨੀਆਂ ਵੀ ਚਾਲਾਂ ਨੇ ਜਿਹੜੀਆਂ ਬਾਰੇ ਆਪਾਂ ਹੁਣ ਤੱਕ ਗੱਲ ਕਰ ਚੁੱਕੇ ਹਾਂ, ਇਹਨਾਂ ਕਰਕੇ ਭਾਰਤ ਦੀਆਂ ਸਥਿਤੀਆਂ ਕਿਸੇ ਵੀ ਤਰੀਕੇ ਨਾਲ ਬਦਲਣ ਵਾਲੀਆਂ ਨਹੀਂ ਹਨ, ਜਿਨ੍ਹਾਂ ਦੀ ਕਿ ਵਿਦੇਸ਼ਾਂ ਵਿੱਚ ਬੈਠੇ ਲੋਕ ਉਡੀਕ ਕਰ ਰਹੇ ਹਨ। ਆਪਣੇ ਵਿਸ਼ਿਆਂ ਦੀ ਲਿਸਟ ਵਿੱਚ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਭਾਰਤੀ ਲੋਕ ਜਿਹੜੇ ਹੈਗੇ ਆ ਉਹ ਆਪਣੇ ਇਤਿਹਾਸ ਜਾਂ ਆਪਣੇ ਅਜੋਕੇ ਦੌਰ ਦੀਆਂ ਹਕੀਕਤਾਂ ਤੋਂ ਕੁਝ ਵੀ ਸਿੱਖਦੇ ਨਹੀਂ। ਸੁਰਜਨ ਜੀਰਵੀ ਨੇ ਇੱਥੇ ਦੱਸਿਆ ਕਿ ਇਹ ਇੱਕ ਤਕਲੀਫ ਦੇ ਹਕੀਕਤ ਹੈ ਕਿ ਇੱਥੋਂ ਦਾ ਹਿੰਦੁਸਤਾਨੀ ਭਾਈਚਾਰਾ ਕਿਸੇ ਅਜਿਹੇ ਸਾਂਝੇ ਕੌਮੀ ਦ੍ਰਿਸ਼ਟੀਕੋਣ ਜਾਂ ਪਹੁੰਚ ਤੋਂ ਸੱਖਣਾ ਹੈ ਜਿਹੜਾ ਸਧਾਰਨ ਮਤਭੇਦ ਹੁੰਦਿਆਂ ਹੋਇਆਂ ਵੀ ਸੰਭਵ ਹੋ ਸਕਦਾ ਹੈ। ਇਸ ਦੇ ਉਲਟ ਸਾਡੇ ਭਾਈਚਾਰੇ ਵਿੱਚ ਇੰਨੇ ਵਿਤਕਰੇ ਵਖਰੇਵੇਂ ਤੇ ਸੌੜੀਆਂ ਸੋਚਾਂ ਹਨ ਕਿ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕੀ ਅਸੀਂ ਆਪਣੇ ਇਤਿਹਾਸ ਜਾਂ ਅਜੋਕੇ ਦੌਰ ਦੀਆਂ ਹਕੀਕਤਾਂ ਤੋਂ ਕੁਝ ਨਾ ਸਿੱਖਣ ਦੀ ਸਹੁੰ ਖਾਧੀ ਹੁੰਦੀ ਹੈ। ਮਤਲਬ ਉਹੀ ਗੱਲ ਕਿ ਵੈਸੇ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਤਾਂ ਉਹਨਾਂ ਲੋਕਾਂ ਦਾ, ਉਹਨਾਂ ਕੰਪਨੀਆਂ ਦਾ ਜਾਂ ਉਹਨਾਂ ਰਾਜਨੀਤੀਵਾਨ ਲੋਕਾਂ ਦਾ ਹੈਗਾ ਜਿਹੜੇ ਭਾਰਤ ਦੀ ਆਬਾਦੀ ਨੂੰ, ਭਾਰਤ ਦੇ ਆਮ ਲੋਕਾਂ ਨੂੰ ਸਿਰਫ ਇੱਕ ਗਾਹਕ ਦੇ ਰੂਪ ਵਿੱਚ ਘਟਾ ਕੇ ਵੇਖਦੇ ਹਨ, ਇੱਕ ਅੰਕ ਦੇ ਰੂਪ ਦੇ ਵਿੱਚ, ਇੱਕ ਅੰਕੜੇ ਦੇ ਰੂਪ ਵਿੱਚ ਘਟਾ ਕੇ ਵੇਖਦੇ ਹਨ। ਹੁਣ ਆਪਾਂ ਕੁਝ ਪੱਛਮੀ ਮੀਡੀਆ ਦੀ ਵੀ ਗੱਲ ਕਰ ਹੀ ਲਈਏ। ਪੱਛਮੀ ਮੀਡੀਆ ਕਿਉਂਕਿ ਪੱਛਮੀ ਸੋਚ ਦੇ ਨਾਲ ਖੜਿਆ ਹੋਇਆ ਹੈ, ਇਸ ਕਰਕੇ ਉਹਨਾਂ ਨੂੰ ਪੂਰਬੀ ਦੇਸ਼ ਜਾਂ ਅਵਿਕਸਿਤ ਦੇਸ਼ ਜਾਂ ਤੀਜੀ ਦੁਨੀਆ ਦੇ ਦੇਸ਼ਾਂ ਨਾਲ ਕੋਈ ਬਹੁਤਾ ਸਹਿਚਾਰ ਨਹੀਂ ਹੈ। ਸੋ ਪੱਛਮੀ ਮੀਡੀਆ ਪੂਰਬੀ ਦੇਸ਼ਾਂ ਦੀਆਂ ਊਣਤਾਈਆਂ ਨੂੰ, ਇਹਨਾਂ ਦੀਆਂ ਘਾਟਾਂ ਨੂੰ, ਇਹਨਾਂ ਦੀਆਂ ਕਮੀਆਂ ਨੂੰ, ਇਹਨਾਂ ਦੀਆਂ ਥੁੜਾਂ ਨੂੰ ਹੋਰ ਘਟਾ ਕੇ ਵੇਖਣਾ ਚਾਹੁੰਦਾ ਹੈ ਅਤੇ ਇਹਨਾਂ ਨੂੰ ਪੱਛਮੀ ਦੇਸ਼ਾਂ ਦੀ ਤੁਲਨਾ ਵਿੱਚ ਨੀਵੇਂ ਰੱਖ ਕੇ ਦੇਖਣਾ ਚਾਹੁੰਦਾ ਹੈ। ਹੁਣ ਮਸਲਾ ਇਹ ਬਣਦਾ ਹੈ ਕਿ ਜਦੋਂ ਪੱਛਮੀ ਦੇਸ਼ਾਂ ਦੇ ਚਿੰਤਕਾਂ ਅਤੇ ਪੱਛਮੀ ਮੀਡੀਆ ਨੇ ਪੂਰਬੀ ਦੇਸ਼ਾਂ ਜਾਂ ਭਾਰਤ ਨੂੰ ਚੰਗੇ ਸ਼ਬਦਾਂ ਵਿੱਚ ਲਿਖਣਾ ਹੀ ਨਹੀਂ ਤਾਂ ਫਿਰ ਉਹ ਇਹਨਾਂ ਨੂੰ ਨਜ਼ਰ ਅੰਦਾਜ਼ ਕਿਉਂ ਨਹੀਂ ਕਰਦੇ। ਇਹਦੇ ਬਾਰੇ ਸੁਰਜਨ ਜੀਰਵੀ ਦਾ ਇਹ ਵਿਚਾਰ ਹੈ ਕਿ ਆਪਣੇ ਕਿੜ ਭਰੇ ਵਤੀਰੇ ਦੇ ਬਾਵਜੂਦ ਪੱਛਮੀ ਦੇਸ਼ਾਂ ਲਈ ਇਹ ਸੰਭਵ ਨਹੀਂ ਕਿ ਉਹ ਹਿੰਦੁਸਤਾਨ ਜਿਹੇ ਵਿਸ਼ਾਲ ਦੇਸ਼ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰ ਦੇਣ। ਇਸ ਲਈ ਕਦੇ-ਕਦਾਈ ਇਹ ਦੇਸ਼ ਦੀ ਹੋਂਦ ਪ੍ਰਵਾਨ ਕਰਨੀ ਹੀ ਪੈਣੀ ਹੈ, ਕਿਉਂਕਿ ਹਿੰਦੁਸਤਾਨ ਨੂੰ ਇੱਕ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵੀ ਕਿਹਾ ਜਾਂਦਾ ਹੈ, ਦੁਨੀਆ ਵਾਸਤੇ ਸਭ ਤੋਂ ਵੱਡੀ ਇਹ ਮੰਡੀ ਵੀ ਹੈ, ਤੇ ਤੀਜੀ ਗੱਲ ਇੱਥੋਂ ਦੀ ਏਕਤਾ ਤੇ ਅਖੰਡਤਾ ਦੇ ਵੀ ਸਾਰੀ ਦੁਨੀਆ ਕਾਇਲ ਹੈ। ਇਹਨਾਂ ਕੁਝ ਗੱਲਾਂ ਕਰਕੇ ਜਾਂ ਇੱਥੋਂ ਦੀ ਤਹਿਜ਼ੀਬ ਕਰਕੇ ਜਾਂ ਇੱਥੋਂ ਦੇ ਕਲਚਰ ਕਰਕੇ ਜਾਂ ਇੱਥੋਂ ਦੇ ਇਤਿਹਾਸ ਕਰਕੇ ਸਾਰੀ ਦੁਨੀਆ ਦੇ ਦੇਸ਼ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਤੇ ਪਰ ਉਹ ਕਦੇ ਵੀ ਇਸ ਦੇਸ਼ ਨਾਲ ਲਿਹਾਜ਼ ਨਹੀਂ ਕਰਦੇ। ਉਹ ਨਹੀਂ ਚਾਹੁੰਦੇ ਕਿ ਅਸੀਂ ਇਸ ਦੇਸ਼ ਨਾਲ ਪਿਆਰ ਭਰੇ ਜਾਂ ਕੋਈ ਅਜਿਹੇ ਸੰਬੰਧ ਪੈਦਾ ਕਰੀਏ ਜਿਸ ਨਾਲ ਇਸ ਦੇਸ਼ ਦੇ ਜਿਹੜੇ ਆਵਾਮ ਹੈ, ਇਸ ਦੇਸ਼ ਦੇ ਆਮ ਲੋਕ ਹੈ ਜਿਹੜੇ ਉਹ ਖੁਸ਼ਹਾਲੀ ਭਰਿਆ ਜੀਵਨ ਬਤੀਤ ਕਰ ਸਕਣ। ਸਗੋਂ ਸਾਰੀ ਦੁਨੀਆ ਦੇ ਦੇਸ਼ ਭਾਰਤ ਨੂੰ ਸਿਰਫ ਵਰਤਣਾ ਹੀ ਚਾਹੁੰਦੇ ਨੇ, ਕਿਉਂਕਿ ਉਹ ਇਹਨੂੰ ਬਹੁਤ ਵੱਡੀ ਮੰਡੀ ਸਮਝਦੇ ਹਨ। ਸੁਰਜਨ ਜੀਰਵੀ ਨੇ ਆਪਣੇ ਇਸ ਲੇਖ ਵਿੱਚ ਇਹ ਵਿਚਾਰ ਪੇਸ਼ ਕੀਤਾ ਹੈ ਕਿ ਹੁਣ ਵੀ ਜਦੋਂ ਪੱਛਮੀ ਤਾਕਤਾਂ ਹਿੰਦੁਸਤਾਨ ਲਈ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਵਿਸ਼ੇਸ਼ਣ ਵਰਤਦੀਆਂ ਹਨ ਤਾਂ ਇੰਜ ਜਾਪਦਾ ਹੈ ਜਿਵੇਂ ਉਹ ਟਿੱਚਰ ਕਰ ਰਹੀਆਂ ਹੋਣ, ਜਿਵੇਂ ਹਿੰਦੁਸਤਾਨ ਦੀ ਜਮਹੂਰੀਅਤ ਅਸਲ ਮਾਲ ਨਾ ਹੋਵੇ, ਸਗੋਂ ਐਵੇਂ ਜਮਹੂਰੀਅਤ ਦਾ ਸਾਂਗ ਜਿਹਾ ਹੋਵੇ ਅਤੇ ਇਸ ਨਾਮਾਵਲੀ ਦੇ ਕਾਬਲ ਨਾ ਹੋਵੇ। ਸੋ ਵੱਡੀ ਜਮਹੂਰੀਅਤ ਹੋਣ ਦਾ ਅਰਥ ਕੁਝ ਹੋਰ ਹੈ, ਪਰ ਦੁਨੀਆ ਦੇ ਦੇਸ਼ ਹੈ ਜਿਹੜੇ ਉਹ ਇਹਨੂੰ ਹੋਰ ਅਰਥਾਂ ਵਿੱਚ ਲੈ ਕੇ ਇੱਕ ਤਰ੍ਹਾਂ ਦਾ ਵਿਅੰਗ ਹੀ ਕਰਦੇ ਹਨ। ਤਾਂ ਇਹਦੇ ਵਿੱਚ ਮਤਲਬ ਉਹ ਵਿਅੰਗ ਤਾਂ ਕਰਨਾ ਪੈ ਰਿਹਾ ਕਿਉਂਕਿ ਆਜ਼ਾਦੀ ਤੋਂ ਬਾਅਦ ਸਾਡੇ ਮੁਲਕ ਦੇ ਜਿਹੜੇ ਸਿਆਸਤਦਾਨ ਸੀਗੇ ਉਹਨਾਂ ਨੇ ਸਾਡੇ ਦੇਸ਼ ਨੂੰ ਜਿਸ ਦਿਸ਼ਾ ਵੱਲ ਲੈ ਕੇ ਜਾਣਾ ਸੀ ਜਾਂ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਇੱਥੋਂ ਦੀਆਂ ਸਥਿਤੀਆਂ ਨੂੰ ਕਿਹੜੀ ਰੰਗ ਦੇਣ, ਕੁਝ ਅਜਿਹਾ ਉਹਨਾਂ ਨੇ ਨਹੀਂ ਕੀਤਾ। ਇੱਥੇ ਵੀ ਇਹ ਸਾਰੇ ਕਾਸੇ ਲਈ ਜ਼ਿੰਮੇਵਾਰ ਹੈ ਜਿਹੜਾ ਨਹਿਰੂ ਪਰਿਵਾਰ ਅਤੇ ਗਾਂਧੀ ਪਰਿਵਾਰ ਨੂੰ ਹੀ ਸਮਝਿਆ ਜਾਂਦਾ ਹੈ। ਸੁਰਜਨ ਜੀਰਵੀ ਨੇ ਇਸ ਲੇਖ ਵਿੱਚ ਦੱਸਿਆ ਹੈ ਕਿ ਰਿਚਰਡ ਗਵਿਨ ਕੈਨੇਡਾ ਵਿੱਚ ਖੁੱਲ੍ਹੇ ਦਿਮਾਗ ਤੇ ਸੰਤੁਲਿਤ ਸੋਚ ਵਾਲਾ ਪੱਤਰਕਾਰ ਮੰਨਿਆ ਜਾਂਦਾ ਹੈ ਅਤੇ ਆਪਣੀਆਂ ਬਹੁਤੀਆਂ ਟਿੱਪਣੀਆਂ ਵਿੱਚ ਘੱਟ ਹੀ ਉਲਾਰ ਹੁੰਦਾ ਹੈ, ਪਰ ਹਿੰਦੁਸਤਾਨ ਬਾਰੇ ਟਿੱਪਣੀ ਕਰਨ ਵੇਲੇ ਉਸਨੇ ਵੀ ਆਪਣਾ ਰਵਾਇਤੀ ਡਰਾਮਾ ਕਾਇਮ ਰੱਖਣਾ ਜ਼ਰੂਰੀ ਨਹੀਂ ਸਮਝਿਆ। ਉਹ ਕਹਿੰਦਾ ਹੈ ਕਿ ਜਿਸ ਹਿੰਦੁਸਤਾਨ ਨੂੰ ਅੰਗਰੇਜ਼ੀ ਰਾਜ, ਆਜ਼ਾਦ ਬੌਧਿਕਤਾ, ਪਾਰਲੀਮੈਂਟਰੀ ਜਮਹੂਰੀਅਤ, ਸੁਤੰਤਰ ਨਿਆਂਪਾਲਿਕਾ, ਗੁਣ ਆਧਾਰਿਤ ਸਿਵਲ ਸਰਵਿਸ ਤੇ ਵਧੀਆ ਸੈਨਾ ਛੱਡ ਕੇ ਗਿਆ ਸੀ,
ਉਹ ਅਜਿਹਾ ਦੇਸ਼ ਬਣ ਕੇ ਰਹਿ ਗਿਆ ਹੈ ਜਿਹੜਾ ਇਕੱਲਾ ਦੁਨੀਆ ਦੀ ਸਭ ਤੋਂ ਕੰਗਾਲ ਵਸੋਂ ਦੇ 1/3 ਹਿੱਸੇ ਦਾ ਘਰ ਹੈ। ਹੁਣ ਇਸ ਟਿੱਪਣੀ ਰਾਹੀਂ ਰਿਚਰਡ ਗਵਨ ਦੋ ਗੱਲਾਂ ਕਰਦਾ ਹੈ। ਹੁਣ ਇਹ ਨਹੀਂ ਪਤਾ ਕਿ ਉਹ ਕਿਹੜੀ ਗੱਲ ਵੱਲ ਉਹਦਾ ਝੁਕਾਓ ਹੈ। ਇੱਕ ਤਾਂ ਉਹ ਕਹਿੰਦਾ ਹੈ ਕਿ ਹਿੰਦੁਸਤਾਨ ਅੰਗਰੇਜ਼ਾਂ ਦੀ ਛਤਰ ਛਾਇਆ ਹੇਠ 9/9 ਸੀ। ਹਿੰਦੁਸਤਾਨ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਹੀ ਤਰੱਕੀ ਕੀਤੀ ਹੈ, ਉਸ ਤੋਂ ਬਾਅਦ ਉਹਨਾਂ ਨੇ ਕੋਈ ਤਰੱਕੀ ਨਹੀਂ ਕੀਤੀ। ਪਰ ਦੂਸਰੇ ਪਾਸੇ ਉਹ ਇੱਕ ਤਰ੍ਹਾਂ ਦਾ ਭਾਰਤੀ ਸਿਆਸਤਦਾਨਾਂ ਉੱਪਰ ਵੀ ਵਿਅੰਗ ਕੱਸਦਾ ਹੈ ਜਾਂ ਉਹਨਾਂ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਇਹਨਾਂ ਲੋਕਾਂ ਨੇ ਹਿੰਦੁਸਤਾਨ ਨੂੰ ਸਹੀ ਅਰਥਾਂ ਵਿੱਚ ਨਹੀਂ ਲਿਆ ਤੇ ਹਿੰਦੁਸਤਾਨ ਦੀ ਤਰੱਕੀ ਲਈ ਜਿਹੜੇ ਰਾਹਾਂ 'ਤੇ ਇਹਨਾਂ ਨੂੰ ਚੱਲਣਾ ਚਾਹੀਦਾ ਸੀ ਉਹਨਾਂ ਰਾਹਾਂ 'ਤੇ ਇਹ ਨਹੀਂ ਚੱਲੀ। ਇਹ ਗੱਲ ਸ਼ਾਇਦ ਨਹਿਰੂ ਦੀ ਕੱਟੜ ਨੁਕਤਾਚੀਨੀ ਲਈ ਕਬੂਲਣ ਕਰਨੀ ਔਖੀ ਹੋਵੇ ਕਿ ਨਹਿਰੂ ਦਾ ਦੌਰ ਨਿਰੋਲ ਅਸਫਲਤਾਵਾਂ ਦਾ ਦੌਰ ਸੀ। ਵਾਸਤਵ ਵਿੱਚ ਨਹਿਰੂ ਦੇ ਸਮਰਥਕ ਹੋਏ ਬਿਨਾਂ ਵੀ ਉਸ ਦੇ ਦੌਰ ਬਾਰੇ ਬਹੁਤ ਕੁਝ ਸਕਾਰਾਤਮਕ ਕਿਹਾ ਜਾ ਸਕਦਾ ਹੈ। ਪਰ ਅਸਲ ਨੁਕਤਾ ਇਹ ਨਹੀਂ, ਅਸਲ ਸਵਾਲ ਇਹ ਹੈ ਕਿ ਗਵਨ ਗੱਲ ਕਿਸ ਖੂੰਜੇ ਵਿੱਚੋਂ ਕਰ ਰਿਹਾ ਹੈ। ਹੁਣ ਵਿਦਿਆਰਥੀਓ, ਗਵਨ ਜਿਹੇ ਪੱਤਰਕਾਰਾਂ ਦੀਆਂ ਗੱਲਾਂ ਨਾਲ ਬਹੁਤਾ ਸਹਿਚਾਰ ਰੱਖਣਾ ਠੀਕ ਨਹੀਂ, ਕਿਉਂਕਿ ਇਹ ਪੱਛਮੀ ਪੱਤਰਕਾਰਾਂ ਦੀ ਉਸ ਨਸਲ ਨਾਲ ਸੰਬੰਧ ਰੱਖਦਾ ਹੈ ਜਿਨ੍ਹਾਂ ਨੇ ਸਿਰਫ ਭਾਰਤ ਨੂੰ ਹੀ ਨਹੀਂ, ਪੂਰਬੀ ਦੇਸ਼ਾਂ ਜਾਂ ਤੀਸਰੇ ਸੰਸਾਰ ਦੇ ਦੇਸ਼ਾਂ ਬਾਰੇ ਇਹੋ ਜਿਹੀਆਂ ਟਿੱਪਣੀਆਂ ਆਮ ਤੌਰ 'ਤੇ ਦਿੱਤੀਆਂ ਹਨ। ਪੱਛਮੀ ਮੀਡੀਆ ਵਾਸਤਵ ਵਿੱਚ ਸਮੁੱਚੀ ਪੱਛਮੀ ਐਸਟੈਬਲਿਸ਼ਮੈਂਟ ਦੀ ਇਹ ਅਜਿਹੀ ਹੱਥਫੇਰੀ ਹੈ ਕਿ ਜਦੋਂ ਇਹਨਾਂ ਹਿੰਦੁਸਤਾਨ ਨੂੰ ਛਡਾਉਣਾ ਹੋਵੇ ਤਾਂ ਇਹ ਚੀਨ ਦੀ ਤਰੱਕੀ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ, ਅਤੇ ਜਦੋਂ ਇਹਨਾਂ ਚੀਨ ਨੂੰ ਨੌਲਣਾ ਹੋਵੇ ਤਾਂ ਹਿੰਦੁਸਤਾਨ ਦੇ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦੀਆਂ ਕਹਾਣੀਆਂ ਪਾਉਣ ਲੱਗ ਪੈਂਦੇ ਹਨ। ਸੋ ਪੱਛਮੀ ਮੀਡੀਆ ਜਾਂ ਪੱਛਮੀ ਪੱਤਰਕਾਰਾਂ ਦੀ ਇਹ ਇੱਕ ਤਰ੍ਹਾਂ ਦੀ ਸਿਆਸਤ ਹੀ ਸਮਝੀ ਜਾ ਸਕਦੀ ਹੈ, ਜਿਸ ਦੇ ਤਹਿਤ ਉਹ ਪੂਰਬੀ ਲੋਕਾਂ ਨੂੰ ਜਾਂ ਤੀਸਰੀ ਸੰਸਾਰ ਦੇ ਜਾਂ ਤੀਸਰੀ ਦੁਨੀਆ ਦੇ ਲੋਕਾਂ ਨੂੰ ਨਕਾਰ ਕੇ ਜਾਂ ਛੋਟੇ ਕਰਕੇ ਵੇਖਦੇ ਹਨ। ਪੱਛਮੀ ਚਿੰਤਕਾਂ ਜਾਂ ਪੱਛਮੀ ਰਾਜਨੀਤੀਵਾਨਾਂ ਨੂੰ, ਪੱਛਮੀ ਸਿਆਸਤਦਾਨਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਘੁਣਤਰਬਾਜ਼ੀਆਂ ਆਉਂਦੀਆਂ ਹਨ ਜਿਨ੍ਹਾਂ ਨਾਲ ਉਹ ਪੱਛਮ ਨੂੰ ਵਡਿਆਉਂਦੇ ਹਨ ਅਤੇ ਪੂਰਬ ਨੂੰ ਦੁਰਕਾਰਦੇ ਹਨ। ਤਾਂ ਪੂਰਬ ਨੂੰ ਦੁਰਕਾਰਨ ਵਾਸਤੇ ਤੇ ਆਪਣੇ ਪੱਛਮ ਨੂੰ ਵਡਿਆਉਣ ਵਾਸਤੇ ਉਹਨਾਂ ਦੇ ਹੱਥ ਵਿੱਚ ਜਿਹੜੀ ਵੀ ਅੰਤਰਰਾਸ਼ਟਰੀ ਪੱਧਰ ਦੀ ਕੋਈ ਗੱਲ ਆ ਜਾਂਦੀ ਹੈ ਤਾਂ ਉਹਨੂੰ ਉਹ ਕੈਸ਼ ਕਰਨ ਲੱਗੇ ਮਿੰਟ ਹੀ ਮਾਰਦੇ ਹਨ। ਜਿਵੇਂ ਕਿ ਇੱਕ ਮਦਰ ਟਰੇਸਾ ਵੀ ਉਹਨਾਂ ਦੇ ਹੱਥ ਵਿੱਚ ਅਜਿਹਾ ਹੀ ਹਥਿਆਰ ਲੱਗੀ ਸੀ। ਪੱਛਮ ਲਈ ਮਦਰ ਟਰੇਸਾ ਇੱਕ ਹੋਰ ਪਵਿੱਤਰ ਚਿੰਨ੍ਹ ਸੀ ਜਿਸ ਵਿੱਚੋਂ ਉਹ ਧਾਰਮਿਕਤਾ ਤੇ ਪਰਉਪਕਾਰ ਦੇ ਖੇਤਰ ਵਿੱਚ ਆਪਣੀ ਇਖਲਾਕੀ ਸਰਦਾਰੀ ਤੇ ਅਗਵਾਈ ਦੇਖਦੇ ਤੇ ਪਛਾਣਦੇ ਸਨ, ਤੇ ਇਸ ਦੇ ਲਈ ਹਿੰਦੁਸਤਾਨ ਤੋਂ ਵੱਖਰੇ ਖਰਾਜ ਦੀ ਆਸ ਰੱਖਦੇ ਸਨ। ਤੇ ਪੱਛਮੀ ਲੋਕ ਇਹ ਕਹਿੰਦੇ ਸਨ ਕਿ ਮਦਰ ਟਰੇਸਾ ਇੱਕ ਕ੍ਰਿਸਚੀਅਨ ਹੋਣ ਦੇ ਨਾਂ ਤੇ ਭਾਰਤੀਆਂ ਉੱਪਰ ਪਰਉਪਕਾਰ ਕਰ ਰਹੀ ਹੈ ਤੇ ਭਾਰਤੀਆਂ ਨੂੰ ਉਹ ਸਿੱਧੇ ਰਸਤੇ ਪਾ ਰਹੀ ਹੈ। ਇੱਥੇ ਵੀ ਉਹ ਆਪਣੀ ਤਹਿਜ਼ੀਬ ਨੂੰ, ਆਪਣੀ ਕੌਮ ਨੂੰ, ਆਪਣੇ ਲੋਕਾਂ ਨੂੰ ਜਾਂ ਆਪਣੀ ਸਮਾਜ ਸੱਭਿਆਚਾਰਕ ਹੋਂਦ ਨੂੰ ਉਚੇਰਾ ਸਾਬਤ ਕਰ ਗਏ। ਹੁਣ ਇਸ ਤਰੀਕੇ ਨਾਲ ਉਹ ਭਾਵੇਂ ਮਦਰ ਟਰੇਸਾ ਰਾਹੀਂ ਭਾਰਤੀ ਲੋਕਾਂ ਦਾ ਚੰਗਾ ਸੋਚਣ ਦੀ ਗੱਲ ਕਰ ਗਏ ਹਨ, ਪਰ ਇਸ ਦੇ ਬਾਵਜੂਦ ਵੀ ਮਦਰ ਟਰੇਸਾ ਰਾਹੀਂ ਵੀ ਮਤਲਬ ਭਾਰਤੀ ਲੋਕਾਂ ਦਾ ਜਿਹੜਾ ਉਹ ਕੰਗਾਲਪੁਣਾ ਸੀਗਾ ਜਾਂ ਉਹਨਾਂ ਦੀ ਗਰੀਬੀ ਸੀਗੀ ਉਹ ਦੂਰ ਨਹੀਂ ਹੋਈ। ਮਦਰ ਟਰੇਸਾ ਤੇ ਉਸ ਤੋਂ ਬਾਅਦ ਉਸ ਦੀ ਜਾਨਸ਼ੀਨ ਮਦਰ ਨਿਰਮਲਾ, ਇਹਨਾਂ ਦੋਨਾਂ ਨੇ ਗਰੀਬ ਲੋਕਾਂ ਨੂੰ ਆਪਣੀ ਗਰੀਬੀ ਵਿੱਚ ਹੀ ਜਿਉਂਦੇ ਰਹਿਣ ਲਈ ਕਿਹਾ, ਨਾ ਕਿ ਅਮੀਰਾਂ ਨੂੰ ਦੇਖ ਕੇ ਕੁਲਝਣ ਲਈ। ਸੋ ਇਹਦਾ ਅਰਥ ਇਹ ਹੈ ਕਿ ਭਾਵੇਂ ਉਹ ਗਰੀਬਾਂ ਨੂੰ ਪਿਆਰ ਕਰਦੇ ਦਿਖਾਈ ਦਿੰਦੇ ਹਨ, ਪਰ ਬੇਸਿਕਲੀ ਉਹਨਾਂ ਨੂੰ ਗਰੀਬਾਂ ਨੂੰ ਕੋਈ ਇੰਨੀ ਹਮਦਰਦੀ ਨਹੀਂ ਹੈ। ਇਸ ਦੇ ਉਲਟ ਉਹ ਗਰੀਬਾਂ ਦੀ ਗਰੀਬੀ ਦੀ ਗੱਲ ਕਰਕੇ ਲੋਕਾਂ ਨੂੰ ਆਪਣੇ ਮਗਰ ਲਾਉਣ ਦੀ ਹੀ ਗੱਲ ਕਰਦੇ ਹਨ। ਸੁਰਜਨਜੀਤ ਵੀ ਨੇ ਆਪਣੇ ਇਸ ਲੇਖ ਵਿੱਚ ਇੱਕ ਵਿਚਾਰ ਪੇਸ਼ ਕੀਤਾ ਹੈ, ਉਹਨੂੰ ਆਪਾਂ ਇੱਥੇ ਪੜ੍ਹਦੇ ਹਾਂ। ਤਾਂ ਵੀ ਕੰਗਾਲੀ ਦੇ ਮਾਮਲੇ ਵਿੱਚ ਕੋਈ ਸਰਗਰਮ ਵਤੀਰਾ ਅਖਤਿਆਰ ਕਰ ਸਕਣਾ ਮਦਰ ਟਰੇਸਾ ਦੇ ਫਲਸਫੇ ਜਾਂ ਵਿਸ਼ਵਾਸ ਲਈ ਓਪਰਾ ਸੀ। ਉਹ ਆਪਣੇ ਪ੍ਰਭੂ ਕੋਲ ਇਹ ਗੱਲਾਂ ਤਾਂ ਕਰ ਹੀ ਸਕਦੇ ਸਨ ਕਿ ਹੇ ਕਿਰਪਾ ਨਿਧਾਨ, ਇਹਨਾਂ ਅਭਾਗੇ ਜੀਵਾਂ ਦੇ ਸੰਬੰਧ ਵਿੱਚ ਤੂੰ ਆਪਣੀ ਅਪਾਰ ਕਿਰਪਾ ਦੇ ਦਰਵਾਜ਼ੇ ਬੰਦ ਕਿਉਂ ਕਰ ਰੱਖੇ ਹਨ। ਪਰ ਉਹਨਾਂ ਨਾ ਕੋਈ ਅਜਿਹਾ ਗਿਲਾ ਕੀਤਾ ਤੇ ਨਾ ਹੀ ਅਜਿਹਾ ਗਿਲਾ ਕਰਨਾ ਜ਼ਰੂਰੀ ਸਮਝਿਆ। ਇਸ ਦੇ ਉਲਟ ਉਹਨਾਂ ਕੰਗਾਲੀ ਪ੍ਰਤੀ ਆਪਣੇ ਚਿੰਤਨਹੀਣ ਰਵੱਈਏ ਨੂੰ, ਜੋ ਪ੍ਰਭੂ ਨੂੰ ਭਾਵੇ ਦੇ ਅਜਿਹੇ ਫਲਸਫੇ ਦਾ ਠੁੰਮਣਾ ਦੇ ਰੱਖਿਆ ਸੀ ਜਿਸ ਨੇ ਹਿੰਦੁਸਤਾਨ ਦੀ ਰੂਹ ਨੂੰ ਪਹਿਲਾਂ ਹੀ ਸਦੀਆਂ ਨਪੀੜ ਰੱਖਿਆ ਹੈ,
ਸੋ ਮਦਰ ਟਰੇਸਾ ਤੇ ਉਹਨਾਂ ਦੀ ਜਾਨਸ਼ੀਨ ਮਦਰ ਨਿਰਮਲਾ ਨੇ ਉਹੀ ਗੱਲਾਂ ਕੀਤੀਆਂ ਤੇ ਉਸੇ ਤਰੀਕੇ ਨਾਲ ਲੋਕਾਂ ਨੂੰ, ਗਰੀਬ ਲੋਕਾਂ ਨੂੰ ਰੱਬ ਦੀ ਰਜ਼ਾ ਵਿੱਚ ਰਹਿਣ ਲਈ ਕਿਹਾ, ਜਿਹੜਾ ਕਿ ਭਾਰਤੀ ਚਿੰਤਨ ਦੇ ਵਿੱਚ ਬੜੀਆਂ ਸਦੀਆਂ ਤੋਂ ਕਿਹਾ ਜਾ ਰਿਹਾ ਸੀ। ਸੋ ਮਦਰ ਟਰੇਸਾ ਨੇ ਉਹਨਾਂ ਦੀ ਭਲਾਈ ਲਈ ਕੋਈ ਅਜਿਹਾ ਉਚੇਚਾ ਕਾਰਜ ਨਹੀਂ ਕੀਤਾ, ਬਲਕਿ ਲੋਕਾਂ ਨੂੰ ਉਹਨਾਂ ਦੀ ਸਥਿਤੀ ਵਿੱਚ ਹੀ ਸ਼ਾਂਤਮਈ ਅਤੇ ਖੁਸ਼ ਰਹਿਣ ਦਾ ਸੰਦੇਸ਼ ਦਿੱਤਾ। ਸੋ ਇਸ ਤਰੀਕੇ ਨਾਲ ਮਦਰ ਟਰੇਸਾ ਦੀਆਂ ਗਤੀਵਿਧੀਆਂ ਨੂੰ ਪੱਛਮੀਆਂ ਨੇ ਸਿਰਫ ਕੈਸ਼ ਹੀ ਕੀਤਾ ਹੈ, ਅਦਰਵਾਈਜ਼ ਮਦਰ ਟਰੇਸਾ ਦੇ ਹੱਥੋਂ ਕੋਈ ਬਹੁਤਾ ਵੱਡਾ ਭਾਰਤੀਆਂ ਦਾ ਆਧਾਰ ਨਹੀਂ ਹੋਇਆ। ਪੱਛਮੀਆਂ ਦੁਆਰਾ ਪੂਰਬੀ ਦੇਸ਼ਾਂ ਉੱਤੇ ਆਪਣਾ ਗਲਬਾ ਸਥਾਪਿਤ ਕਰਨ ਲਈ ਅਜਿਹੀਆਂ ਨੀਤੀਆਂ ਆਮ ਤੌਰ 'ਤੇ ਚਲਾਈਆਂ ਜਾਂਦੀਆਂ ਹਨ ਤੇ ਮਦਰ ਟਰੇਸਾ ਨੂੰ ਵੀ ਉਹਨਾਂ ਨੇ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ। ਮਦਰ ਟਰੇਸਾ ਰਾਹੀਂ ਉਹਨਾਂ ਨੇ ਪੂਰਬੀਆਂ ਉੱਪਰ ਆਪਣਾ ਗਲਬਾ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਸੁਰਜਨ ਜੀਰਵੀ ਨੇ ਆਪਣੇ ਇਸ ਲੇਖ ਵਿੱਚ ਦੱਸਿਆ ਹੈ ਕਿ ਇੱਥੋਂ ਦੇ ਅਖਬਾਰਾਂ ਨੇ ਮਦਰ ਟਰੇਸਾ ਦੇ ਦੇਹਾਂਤ ਉੱਤੇ ਵੀ ਸ਼ਰਧਾ ਭਰਪੂਰ ਸੰਪਾਦਕੀ ਲਿਖੇ, ਵਿਸ਼ੇਸ਼ ਜ਼ਮੀਮੇ ਛਾਪੇ ਤੇ ਟੀਵੀ ਚੈਨਲਾਂ ਨੇ ਸਰਕਾਰੀ ਸਨਮਾਨਾਂ ਨਾਲ ਹੋਏ ਉਹਨਾਂ ਦੇ ਅੰਤਮ ਸੰਸਕਾਰ ਦੀ ਲਾਈਵ ਕਵਰੇਜ ਪੇਸ਼ ਕੀਤੀ। ਗਿਰਜਿਆਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਹੋਈਆਂ, ਜਿਨ੍ਹਾਂ ਵਿੱਚ ਵੈਟੀਕਨ ਨੂੰ ਬੇਨਤੀਆਂ ਕੀਤੀਆਂ ਗਈਆਂ ਕਿ ਉਹ ਮਦਰ ਟਰੇਸਾ ਨੂੰ ਆਪਣੀ ਪਹਿਲੀ ਵੇਲ ਵਿੱਚ ਸੇਂਟਹੁੱਡ ਦਾ ਦਰਜਾ ਪ੍ਰਦਾਨ ਕਰੇ। ਲੇਟਰ ਔਨ ਵੈਟੀਕਨ ਨੇ ਮਦਰ ਟਰੇਸਾ ਨੂੰ ਸੇਂਟਹੁੱਡ ਦਾ ਦਰਜਾ ਦੇ ਵੀ ਦਿੱਤਾ। ਸੋ ਇਸ ਤਰੀਕੇ ਨਾਲ ਮਦਰ ਟਰੇਸਾ ਨੂੰ ਗਲੋਰੀਫਾਈ ਕੀਤਾ ਗਿਆ, ਮਹਿਮਾਮਈ ਕੀਤਾ ਗਿਆ ਅਤੇ ਲੋਕਾਂ ਦੇ ਉੱਤੇ ਉਹਦਾ ਪ੍ਰਭਾਵ ਹੋਰ ਵਧੇਰੇ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਆਪਣੀ ਸਮਝ ਦੇ ਅਨੁਸਾਰ ਢਾਲਿਆ ਜਾ ਸਕੇ। ਇਹ ਪੱਛਮੀਆਂ ਦਾ ਰਵੱਈਆ ਸੀ ਪੂਰਬੀਆਂ ਪ੍ਰਤੀ। ਇਹ ਗੱਲ ਭਾਵੇਂ ਕਹੀ ਤਾਂ ਕਿਸੇ ਨੇ ਨਹੀਂ, ਪਰ ਇਸ ਮੌਕੇ ਉੱਤੇ ਜਿਹੜੀਆਂ ਗੱਲਾਂ ਆਖੀਆਂ ਜਾਂ ਲਿਖੀਆਂ ਗਈਆਂ ਉਹਨਾਂ ਦਾ ਭਾਵ ਅਰਥ ਇਹੀ ਸੀ ਕਿ ਜੇ ਪਿਛਲੇ 5-6 ਦਹਾਕਿਆਂ ਵਿੱਚ ਹਿੰਦੁਸਤਾਨ ਨਾਲ ਕੋਈ ਚੰਗੀ ਗੱਲ ਵਾਪਰੀ ਹੈ ਤਾਂ ਉਹ ਮਦਰ ਟਰੇਸਾ ਹੀ ਸੀ। ਇਸ ਤਰੀਕੇ ਨਾਲ ਪੱਛਮੀਆਂ ਨੇ ਆਪਣੇ ਆਪ ਨੂੰ ਜਾਂ ਆਪਣੀ ਕੌਮ ਨੂੰ ਜਾਂ ਆਪਣੀ ਸੋਚ ਨੂੰ ਜਾਂ ਆਪਣੇ ਧਰਮ ਨੂੰ ਜਾਂ ਆਪਣੀ ਤਹਿਜ਼ੀਬ ਨੂੰ ਉਚੇਰਾ, ਦੁਨੀਆ ਦਾ ਸਭ ਤੋਂ ਮਹਾਨ ਮਤਲਬ ਧਰਮ ਜਾਂ ਕੌਮ ਜਾਂ ਮਜ਼ਹਬ ਜਾਂ ਤਹਿਜ਼ੀਬ ਠਹਿਰਾਇਆ। ਇਹ ਉਹਨਾਂ ਦਾ ਤਰੀਕਾ ਸੀਗਾ ਦੁਨੀਆ ਦੇ ਉੱਤੇ ਗਲਬਾ ਸਥਾਪਿਤ ਕਰਨ ਦਾ। ਪੱਛਮੀ ਹਲਕੇ ਸ਼ਾਇਦ ਢਿੱਡੋਂ ਇਹ ਸਮਝਦੇ ਹੋਣ ਕਿ ਹਿੰਦੁਸਤਾਨ ਨੂੰ ਨਹਿਰੂ ਜਾਂ ਕਿਸੇ ਲੀਡਰ ਦੀ ਲੋੜ ਹੀ ਨਹੀਂ ਸੀ। ਜੇ ਮਦਰ ਟਰੇਸਾ ਜਿਹੀਆਂ 5-6 ਹੋਰ ਸੰਤਨੀਆਂ ਹਿੰਦੁਸਤਾਨ ਨੂੰ ਨਸੀਬ ਹੋ ਸਕਦੀਆਂ ਤਾਂ ਇਸ ਦੇ ਸਾਰੇ ਕਸ਼ਟ ਕੱਟੇ ਜਾਣੇ ਸਨ। ਅਜਿਹੀਆਂ ਟਿੱਪਣੀਆਂ ਨਾਲ ਉਹ ਲੋਕ ਆਪਣੇ ਆਪ ਨੂੰ ਗਲੋਰੀਫਾਈ ਕਰਦੇ ਸੀ ਤੇ ਪੱਛਮੀਆਂ ਤੇ ਪੂਰਬੀਆਂ ਨੂੰ ਨੀਵਾਂ ਦਿਖਾਉਂਦੇ ਸੀ। ਇਸ ਮੌਕੇ ਉੱਤੇ ਜਿੰਨੇ ਵੀ ਲੇਖ ਛਪੇ ਜਾਂ ਜਿੰਨੇ ਵੀ ਭਾਸ਼ਣ ਹੋਏ ਉਹਨਾਂ ਵਿੱਚ ਕੰਗਾਲੀ ਦਾ ਚਿਹਰਾ ਤਾਂ ਹਾਜ਼ਰ ਸੀ, ਜਿਸ ਦੀਆਂ ਅੱਖਾਂ ਮਦਰ ਟਰੇਸਾ ਪੂੰਝਦੀ ਦਿਖਾਈ ਗਈ ਸੀ, ਪਰ ਕੰਗਾਲੀ ਦੇ ਆਪਣੇ ਬਾਰੇ ਚਿੰਤਾ ਕਿਧਰੇ ਨਜ਼ਰ ਨਹੀਂ ਸੀ ਆਉਂਦੀ। ਅਜਿਹੀ ਚਿੰਤਾ ਪੱਛਮ ਦੇ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਵਿਖਾਉਣੀ ਵੀ ਨਹੀਂ ਸੀ, ਕਿਉਂਕਿ ਉਹ ਅਜਿਹਾ ਕਰਦੇ ਤਾਂ ਉਹਨਾਂ ਨੂੰ ਵੀ ਉਹਨਾਂ ਹੀ ਸਵਾਲਾਂ ਨਾਲ ਉਲਝਣਾ ਪੈਣਾ ਸੀ ਜਿਨ੍ਹਾਂ ਬਾਰੇ ਮਦਰ ਟਰੇਸਾ ਦੀ ਉਦਾਸੀਨਤਾ ਤਾਂ ਭੁਲਾਈ ਜਾ ਸਕਦੀ ਹੈ, ਪਰ ਆਪਣੇ ਆਪ ਨੂੰ ਰੋਸ਼ਨ ਖਿਆਲ ਸਮਝਣ ਵਾਲੇ ਪੱਛਮੀ ਮੀਡੀਏ ਦੀ ਨਹੀਂ, ਕਿਉਂਕਿ ਉਹਨਾਂ ਦੀ ਪਛਾਣ ਦਾ ਅਸਲ ਕਾਰਨ ਇਹ ਹੈ ਕਿ ਉਹ ਜਾਣਦੇ ਹਨ ਕਿ ਇਹ ਸਵਾਲ ਪੱਛਮ ਦੇ ਆਪਣੇ ਲਈ ਪਰੇਸ਼ਾਨ ਕੁਨ ਸਾਬਤ ਹੋ ਸਕਦੇ ਹਨ। ਕਹਿਣ ਦਾ ਮਤਲਬ ਕਿ ਮਦਰ ਟਰੇਸਾ ਨੂੰ ਕੈਸ਼ ਕਰਕੇ ਉਹਨਾਂ ਨੇ ਇੱਕ ਪਾਸੇ ਤਾਂ ਪੂਰਬੀਆਂ ਉੱਪਰ ਆਪਣਾ ਗਲਬਾ ਸਥਾਪਿਤ ਕੀਤਾ, ਪਰ ਜਿਹੜੀਆਂ ਮਦਰ ਟਰੇਸਾ ਨੇ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਿਨ੍ਹਾਂ ਨਾਲ ਪੱਛਮੀਆਂ ਦੇ ਵਰਚਸਪ ਨੂੰ ਠੇਸ ਪਹੁੰਚ ਸਕਦੀ ਹੈ, ਉਹਨਾਂ ਨੇ ਨਹੀਂ ਅਪਣਾਇਆ। ਸੁਰਜਨ ਜੀਰਵੀ ਨੇ ਇਸ ਲੇਖ ਦੇ ਅੰਤ ਵਿੱਚ ਇੱਕ ਪੱਛਮੀ ਮਾਡਲ ਦੀ ਗੱਲ ਕੀਤੀ ਹੈ। ਬੇਸਿਕਲੀ ਤਾਂ ਇਸ ਪੱਛਮੀ ਮਾਡਲ ਬਾਰੇ ਅਸੀਂ ਬਹੁਤ ਚਰਚਾ ਕਰ ਚੁੱਕੇ ਹਾਂ ਤੇ ਇਹ ਉਹੀ ਪੱਛਮੀ ਮਾਡਲ ਹੈ ਜਿਸ ਦਾ ਮੂਲ ਉਦੇਸ਼ ਦੁਨੀਆ ਉੱਤੇ ਗਲਬਾ ਸਥਾਪਿਤ ਕਰਨਾ ਤੇ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨਾ, ਉੱਥੋਂ ਸਰਮਾਇਆ ਇਕੱਠਿਆ ਕਰਨਾ, ਉੱਥੇ ਫੈਕਟਰੀਆਂ ਖੋਲ੍ਹਣੀਆਂ, ਉੱਥੇ ਵਪਾਰ ਕਰਨਾ ਤੇ ਉੱਥੋਂ ਦੀਆਂ ਮੰਡੀਆਂ ਨੂੰ ਵਿਕਸਿਤ ਕਰਨਾ, ਉੱਥੋਂ ਦੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਨਾ, ਉਹਨਾਂ ਨੂੰ ਆਪਣੇ ਗਾਹਕ ਬਣਾਉਣਾ ਆਦਿ। ਪਰ ਮਤਲਬ ਵੀ ਜੇ ਆਪਾਂ ਇਹ ਮੰਨੀਏ ਕਿ ਉਹ ਮਦਰ ਟਰੇਸਾ ਦੀਆਂ ਸਾਰੀਆਂ ਗੱਲਾਂ ਨੂੰ ਹੀ ਆਪਣੀਆਂ ਗੱਲਾਂ ਬਣਾ ਲੈਂਦੇ, ਅਜਿਹਾ ਉਹਨਾਂ ਨੇ ਨਹੀਂ ਕੀਤਾ, ਕਿਉਂਕਿ ਪੱਛਮ ਨੂੰ ਪਛੜੇ ਦੇਸ਼ਾਂ ਦੀ ਉੱਨਤੀ ਵਿੱਚ ਕੀ ਦਿਲਚਸਪੀ ਹੋ ਸਕਦੀ ਹੈ ਜੇ ਉਹ ਉਸਦੇ ਆਪਣੇ ਆਰਥਿਕ ਵਿਸਤਾਰ ਵਿੱਚ ਕੋਈ ਹਿੱਸਾ ਨਹੀਂ ਪਾਉਂਦੀ। ਅਰਥਚਾਰੇ ਦੇ
ਵਿਸ਼ਵੀਕਰਨ ਦੇ ਨੰਬਰ ਦਾ ਕੀ ਅਰਥ ਰਹਿ ਜਾਂਦਾ ਹੈ ਜੇ ਵਿਕਾਸਸ਼ੀਲ ਦੇਸ਼ਾਂ ਨੇ ਆਪੋ ਆਪਣੇ ਰਾਹ ਹੀ ਚੁਣਨੇ ਹਨ। ਵਿਸ਼ਵ ਅਰਥਚਾਰੇ ਕੋਲ ਨਾ ਤਾਂ ਤੀਸਰੇ ਸੰਸਾਰ ਦੀ ਭਿਆਨਕ ਕੰਗਾਲੀ ਦਾ ਕੋਈ ਇਲਾਜ ਹੈ ਤੇ ਨਾ ਹੀ ਕੰਗਾਲੀ ਨੂੰ ਦੂਰ ਕਰਨਾ ਵਿਸ਼ਵ ਅਰਥਚਾਰਾ ਉਸਾਰਨ ਵਾਲੀਆਂ ਤਾਕਤਾਂ ਦੇ ਏਜੰਡੇ ਦਾ ਹਿੱਸਾ ਹੀ ਹੈ। ਇਸ ਲਈ ਇਹਨਾਂ ਕੋਲ ਜੇ ਕੋਈ ਤੋੜ ਸੀ ਤਾਂ ਮਦਰ ਟਰੇਸਾ ਹੀ ਸੀ। ਮਦਰ ਟਰੇਸਾ ਬਾਰੇ ਉਹਨਾਂ ਦਾ ਦੁੱਖ ਇਸ ਪੱਖੋਂ ਸੱਚਾ ਸੀ ਕਿ ਉਹਨਾਂ ਦੇ ਤੁਰ ਜਾਣ ਨਾਲ ਪੱਛਮੀ ਦੇਸ਼ਾਂ ਲਈ ਇੱਕ ਰੂਹਾਨੀ ਭਰਮ ਪਾਲਣ ਦਾ ਆਧਾਰ ਵੀ ਜਾਂਦਾ ਰਿਹਾ ਸੀ ਕਿ ਇਸ ਧਰਤੀ ਦੀ ਕੰਗਾਲ ਵਸੋਂ ਦਾ ਜਿਹੜਾ 1/3 ਹਿੱਸਾ ਹਿੰਦੁਸਤਾਨ ਵਿੱਚ ਰਹਿੰਦਾ ਹੈ ਉਸ ਬਾਰੇ ਉਹ ਉੱਕਾ ਹੀ ਬੇਧਿਆਨ ਨਹੀਂ। ਮਤਲਬ ਉਹ ਲੋਕਾਂ ਨੂੰ ਇਸ ਤਰ੍ਹਾਂ ਦਾ ਭੁਲੇਖਾ ਪਾਉਣਾ ਚਾਹੁੰਦੇ ਸਨ ਕਿ ਮਦਰ ਟਰੇਸਾ ਰਾਹੀਂ ਉਹ ਭਾਰਤ ਵਰਗੇ ਗਰੀਬ ਦੇਸ਼ ਜਾਂ ਜਿੱਥੇ ਸਭ ਤੋਂ ਜ਼ਿਆਦਾ ਗੁਰਬਤ ਹੈ ਵੀ ਉਹਨਾਂ ਬਾਰੇ ਵੀ ਉਹ ਸੋਚਦੇ ਹਨ। ਮਦਰ ਟਰੇਸਾ ਨੂੰ ਰਾਜਕੀ ਸਨਮਾਨਾਂ ਨਾਲ ਵਿਦਾਇਗੀ ਦੇ ਕੇ ਹਿੰਦ ਸਰਕਾਰ ਉਹਨਾਂ ਪ੍ਰਤੀ ਆਪਣੀ ਸ਼ਰਧਾ ਤੇ ਸ਼ੁਕਰਾਨੇ ਦਾ ਪ੍ਰਗਟਾਵਾ ਕਰ ਚੁੱਕੀ ਹੈ। ਕੰਗਾਲੀ ਦੀਆਂ ਲਤਾੜੀਆਂ ਹੋਈਆਂ ਗੰਦੀਆਂ ਬਸਤੀਆਂ ਵਿੱਚ ਉਹਨਾਂ ਵੱਲੋਂ ਕੀਤੇ ਕੰਮ ਉਹ ਨੋਬਲ ਇਨਾਮ ਸਨਮਾਨਿਤ ਹੋ ਚੁੱਕੇ ਹਨ ਅਤੇ ਹੁਣ ਵੈਟੀਕਨ ਵੱਲੋਂ ਉਹਨਾਂ ਨੂੰ ਸੇਂਟਹੁੱਡ ਦਾ ਪਵਿੱਤਰ ਸਥਾਨ ਵੀ ਪ੍ਰਾਪਤ ਹੋ ਸਕਦਾ ਹੈ। ਪਰ ਗੰਦੀਆਂ ਬਸਤੀਆਂ ਦਾ ਮਸਲਾ ਜਿਉਂ ਦਾ ਤਿਉਂ ਕਾਇਮ ਹੈ। ਇਹ ਹਿੰਦੁਸਤਾਨ ਦਾ ਮਸਲਾ ਤਾਂ ਹੈ ਹੀ, ਪਰ ਜੇ ਪੱਛਮੀ ਦੇਸ਼ਾਂ ਨੂੰ ਇਹ ਦਾਅਵਾ ਹੈ ਕਿ ਉਹਨਾਂ ਦੀ ਅਗਵਾਈ ਵਿੱਚ ਨਵਾਂ ਸੰਸਾਰ ਪ੍ਰਬੰਧ ਹੋਂਦ ਵਿੱਚ ਆ ਰਿਹਾ ਹੈ ਤਾਂ ਇਸ ਮਸਲੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਉਹ ਕਿੰਨੀ ਕੁ ਦੇਰ ਭੱਜ ਸਕਦੇ ਹਨ। ਉਹ ਵੀ ਇੱਕ ਦੌਰ ਸੀ ਜਦੋਂ ਮਿਸ਼ਨਰੀ ਟਰੇਸਾ ਮਦਰ ਟਰੇਸਾ ਬਣ ਸਕਦੀ ਸੀ। ਉਹ ਦੌਰ ਹੁਣ ਲੰਘ ਚੁੱਕਾ ਹੈ। ਸੋ ਇਸ ਲੇਖ ਰਾਹੀਂ ਸੁਰਜਨਜੀਤ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਦੀਆਂ ਸਾਰੇ ਤਰ੍ਹਾਂ ਦੀਆਂ ਸਥਿਤੀਆਂ ਹਮੇਸ਼ਾ ਹੀ ਮਾੜੀਆਂ ਰਹੀਆਂ ਹਨ। ਇਹਨਾਂ ਨੂੰ ਵਿਦੇਸ਼ਾਂ ਨੇ ਜਾਂ ਇੱਥੋਂ ਦੇ ਹੀ ਸਿਆਸਤਦਾਨਾਂ ਨੇ ਜਾਂ ਇੱਥੋਂ ਦੇ ਹੀ ਧਨਾਡਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਆਮ ਲੋਕਾਂ ਦੇ ਹੱਕ ਦੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹਿੰਦੁਸਤਾਨ ਵਿੱਚ ਗੁਰਬਤ ਉਵੇਂ ਦੀ ਉਵੇਂ ਕਾਇਮ ਹੈ। ਹਿੰਦੁਸਤਾਨ ਦੇ ਗਰੀਬ ਲੋਕਾਂ ਤੋਂ ਵੋਟਾਂ ਲੈਣ ਵੇਲੇ ਸਾਰੇ ਲੋਕ ਸਾਹਮਣੇ ਆ ਜਾਂਦੇ ਨੇ, ਪਰ ਹਿੰਦੁਸਤਾਨ ਦੀ ਗਰੀਬੀ ਦੂਰ ਕਰਨ ਜਾਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਜਾਂ ਉਹਨਾਂ ਦੇ ਜੀਵਨ ਨੂੰ ਇੱਕ ਚੰਗਾ ਜੀਵਨ ਬਣਾਉਣ ਲਈ ਕੋਈ ਅੱਗੇ ਨਹੀਂ ਆਉਂਦਾ। ਸੋ ਵਿਦਿਆਰਥੀਓ, ਇਸ ਲੇਖ ਰਾਹੀਂ ਸੁਰਜਨਜੀਤ ਵੀ ਹਿੰਦੁਸਤਾਨ ਦੇ ਲੋਕਾਂ ਨੂੰ ਉਹਨਾਂ ਦੇ ਅਤੀਤ, ਉਹਨਾਂ ਦੇ ਇਤਿਹਾਸ, ਉਹਨਾਂ ਦੀਆਂ ਪਰੰਪਰਾ ਬਾਰੇ ਚੇਤੰਨ ਕਰਨਾ ਚਾਹੁੰਦਾ ਹੈ ਤਾਂ ਕਿ ਉਹ ਲੋਕ ਆਪਣੇ ਅਤੀਤ, ਆਪਣੇ ਇਤਿਹਾਸ, ਆਪਣੀਆਂ ਪਰੰਪਰਾਵਾਂ ਤੋਂ ਕੁਝ ਸਿੱਖ ਸਕਣ ਅਤੇ ਚੰਗੇ ਭਵਿੱਖ ਦੀ ਕਾਮਨਾ ਕਰ ਸਕਣ। ਤੇ ਇਸ ਦੇ ਨਾਲ ਹੀ ਇਸ ਲੇਖ ਰਾਹੀਂ ਸੁਰਜਨਜੀਤ ਵੀ ਨਵੀਂ ਪੀੜ੍ਹੀ, ਨੌਜਵਾਨ ਪੀੜ੍ਹੀ ਨੂੰ ਇਹ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਨੌਜਵਾਨ ਪੀੜ੍ਹੀ ਚਾਹਵੇ ਤਾਂ ਉਹ ਭਾਰਤ ਦੀਆਂ ਸਥਿਤੀਆਂ ਨੂੰ ਬਦਲ ਸਕਦੀ ਹੈ, ਨਹੀਂ ਤਾਂ ਇੱਥੋਂ ਦੇ ਸਿਆਸਤਦਾਨਾਂ, ਇੱਥੋਂ ਦੇ ਧਨਾਡਾਂ, ਇੱਥੋਂ ਦੀ ਵਪਾਰੀ ਕੌਮ ਜਾਂ ਕਿਸੇ ਵੀ ਵਿਦੇਸ਼ੀ ਦੇਸ਼ ਤੋਂ ਇਸ ਦੇਸ਼ ਦੇ ਹਾਲਾਤ ਸੁਧਾਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਸੋ ਅਗਲੇ ਨਿਬੰਧ ਨਾਲ ਸੰਬੰਧਿਤ ਵੀਡੀਓ ਲੈਕਚਰ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗਾ। ਬਹੁਤ ਬਹੁਤ ਧੰਨਵਾਦ।